ਸ਼੍ਰੀ ਅਕਾਲ ਦਾ ਅਨਮਿਊਟ ਤੇ ਮੈਂ ਅਮਨਪ੍ਰੀਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। JLPL ਗਾਉਂਦਾ ਪੰਜਾਬ ਇੱਕ ਪਿੰਡ ਇੱਕ ਕਲਾਕਾਰ ਦੇ ਆਡੀਸ਼ਨਸ ਦਾ ਸਫ਼ਰ ਜਲੰਧਰ ਤੋਂ ਹੁੰਦਾ ਹੋਇਆ ਅੱਜ ਗੁਰੂ ਨਗਰੀ ਅੰਮ੍ਰਿਤਸਰ 'ਚ ਪਹੁੰਚ ਚੁੱਕਿਆ ਹੈ। ਜਲੰਧਰ 'ਚ ਜਿਹੜੇ ਵੀ ਉੱਭਰਦੇ ਕਲਾਕਾਰ ਆਡੀਸ਼ਨ ਦੇਣ ਪਹੁੰਚੇ ਸੀ ਉਹਨਾਂ ਨੇ ਤਾਂ ਗਾਉਂਦਾ ਪੰਜਾਬ ਨੂੰ ਕਾਫੀ ਪਸੰਦ ਕੀਤਾ। ਤਾਂ ਅੱਜ ਅੰਮ੍ਰਿਤਸਰ 'ਚ ਵੀ ਅੰਦਰ ਰਜਿਸਟ੍ਰੇਸ਼ਨ ਲਈ ਲਾਈਨਾਂ ਲੱਗ ਚੁੱਕੀਆਂ ਨੇ, ਕੰਟੈਸਟੈਂਟਸ ਲਗਾਤਾਰ ਪਹੁੰਚ ਰਹੇ ਨੇ, ਜੱਜਿਸ ਵੀ ਆਪਣੀ ਜਜਮੈਂਟ ਦੇਣ ਲਈ ਪਹੁੰਚ ਚੁੱਕੇ ਨੇ। ਤਾਂ ਦੇਖਦੇ ਹਾਂ ਕਿ ਅੰਮ੍ਰਿਤਸਰੀਆਂ ਦੀ ਕਿੰਨੀ ਕੁ ਤਿਆਰੀ ਹੈ ਤੇ ਕਿੰਨਾ ਕੁ ਜੋਸ਼ ਹੈ। ਅੰਮ੍ਰਿਤਸਰ ਵਾਲੇ ਤਾਂ ਪਹਿਲੇ ਦਿਨ ਹੀ ਮੋਰੀ ਰਹੇ ਨੇ। ਅੰਮ੍ਰਿਤਸਰ ਵਾਲੇ ਤਾਂ ਪਹਿਲੇ ਦਿਨ ਹੀ ਮੋਰੀ ਰਹੇ ਨੇ ਕਿਉਂਕਿ ਏਜ ਲਿਮਟ ਦੀ ਤੁਸੀਂ ਗੱਲ ਕੀਤੀ 20 ਸਾਲ ਦਾ ਆਪਾਂ ਨੇ ਇੱਕ ਮਾਰਜਨ ਰੱਖਿਆ 15 ਤੋਂ ਲੈ ਕੇ 35 ਸਾਲ ਤੱਕ। 20 ਸਾਲ ਉਹੀ ਹੁੰਦੇ ਨੇ ਕਿ ਜਦੋਂ ਬੰਦਾ ਕੁਝ ਨਵਾਂ ਸੋਚਦਾ ਤੇ 35 ਸਾਲ ਦੀ ਉਮਰ ਤੋਂ ਬਾਅਦ ਬੰਦਾ ਕੋਈ ਸੈਟਲ ਹੋ ਜਾਂਦਾ, ਕੁਝ ਹੋਰ ਕਰ ਲੈਂਦਾ। ਤੇ ਮੈਂ ਤੇ ਮਹਿਤਾਬ ਝਾਣ ਹੋਰਾਂ ਨੇ ਜਦੋਂ ਇਹ ਸਾਰਾ ਕ੍ਰਾਈਟੇਰੀਆ ਫਾਈਨਲ ਕੀਤਾ ਸੀਗਾ ਤਾਂ ਉਦੋਂ ਸੀਗਾ ਕਿ 15 ਸਾਲ ਦਾ ਬੱਚੇ ਦੇ ਇਹਨੇ ਕੈਰੀਅਰ ਸਿਲੈਕਟ ਕਰਨਾ ਹੁੰਦਾ ਤੇ 35 ਸਾਲ ਤੱਕ ਬੰਦਾ ਕਈ ਮੈਚਿਓਰ ਹੁੰਦੇ ਆ ਤੇ ਉਹਦੇ ਮੁਤਾਬਕ ਉੱਥੇ ਸਾਨੂੰ ਵਧੀਆ ਬੱਚੇ ਮਿਲੇ। ਮਤਲਬ ਅਸੀਂ ਇੱਕ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਕਿਸ ਆਡੀਸ਼ਨ ਤੋਂ ਕਿਸ ਸਟੇਜ ਤੋਂ ਕਿੰਨੇ ਬੱਚੇ ਲੈ ਕੇ ਆਉਣੇ ਆ। ਹੁਣੀ ਮੇਰੀ ਕਿਸੇ ਹੋਰ ਸਾਥੀ ਚੈਨਲ ਨਾਲ ਗੱਲ ਹੋ ਰਹੀ ਸੀ ਤਾਂ ਉੱਥੇ ਗੱਲ ਨਿਕਲ ਕੇ ਆ ਰਹੀ ਸੀ ਕਿ ਤੁਹਾਨੂੰ ਕਿਵੇਂ ਲੱਗਦਾ ਉੱਥੇ ਸਾਨੂੰ ਹੁਣ ਪੰਗਾ ਕਿੱਥੇ ਪੈ ਰਿਹਾ, ਮੈਨੂੰ ਤੇ ਮਹਿਤਾਬ ਜੀ ਹੋਰਾਂ ਨੂੰ, ਕਿ ਬੱਚੇ ਜ਼ਿਆਦਾ ਵਧੀਆ ਗਾਉਂਦੇ। 12 ਸਾਲ ਮੈਂ ਬੇਲੇ ਗਾਏ, ਦੱਸ ਮੇਰੇ ਕਿਹੜੇ ਕੰਮ ਆਏ। ਮਤਲਬ ਜਿਵੇਂ ਕਹਿੰਦੇ ਵੀ ਇੱਕ ਪਿੰਡ ਇੱਕ ਕਲਾਕਾਰ ਤਾਂ ਉਦੋਂ ਵੀ ਵੱਡੀ ਗੱਲ ਹੈ। ਅਸੀਂ ਤਾਂ ਹੁਣ ਇਹ ਵੀ ਕਹਿ ਸਕਦੇ ਵੀ ਚੱਪੇ ਚੱਪੇ ਤੇ ਕਲਾਕਾਰ। ਤੈਨੂੰ ਪਤਾ ਲੱਗੂ ਪੀੜ ਕੀ ਹੁੰਦੀ ਜਦੋਂ ਤੇਰਾ ਦਿਲ ਟੁੱਟਣਾ, ਤੈਨੂੰ ਪਤਾ ਲੱਗੂ ਬਾੜ ਕੀ ਹੁੰਦੀ ਜਦੋਂ ਹੰਝੂਆਂ ਨੇ ਨਹੀਂ ਰੁਕਣਾ। ਤਾਂ ਅੱਜ ਗੁਰੂ ਨਗਰੀ ਅੰਮ੍ਰਿਤਸਰ 'ਚ ਪਹੁੰਚ ਚੁੱਕੇ ਆ। ਕਿਵੇਂ ਲੱਗਦਾ ਕਿ ਅੱਜ ਕੰਟੈਸਟੈਂਟਸ ਅੰਮ੍ਰਿਤਸਰ ਵਾਲਿਆਂ 'ਚ ਕਿਵੇਂ ਦਾ ਜੋਸ਼ ਰਹੇਗਾ, ਕਿਵੇਂ ਦੇ ਰਹਿਣਗੇ? ਬਿਲਕੁਲ ਜੀ, ਇਹ ਵੀ ਗੜ੍ਹ ਹੈਗਾ ਤੇ ਇੱਥੇ ਵੀ ਬਹੁਤ ਸਾਰੇ ਕੰਟੈਸਟੈਂਟਸ ਮਿਲਣ ਦੀ ਉਮੀਦ ਹੈਗੀ ਆਪਾਂ ਨੂੰ। ਤੇ ਆਡੀਅנס ਆਪਣਾ ਕੰਟੈਸਟੈਂਟਸ ਆ ਚੁੱਕੇ ਹੈ, ਕਾਫੀ ਆ ਚੁੱਕੇ ਆ, ਹਜੇ ਹੋਰ ਆਉਣੇ ਆ। ਬਾਕੀ ਸਾਡਾ ਟਾਰਗੇਟ ਜੋ ਲੈ ਕੇ ਚੱਲੇ ਆ ਉਹ ਟਾਰਗੇਟ ਅਸੀਂ ਅਚੀਵ ਕਰ ਲਾਂਗੇ। ਕੋਈ ਕਹਿੰਦੇ ਆਹ ਚਿਹਰਾ, ਕਹਿੰਦੇ ਆਹ ਚਿਹਰਾ ਜਮਾ ਤੇਰੇ ਚਿਹਰੇ ਵਰਗਾਇਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾਇਆ। ਸਭ ਤੋਂ ਪਹਿਲੀ ਜੀ ਗਾਉਂਦਾ ਪੰਜਾਬ ਨੂੰ ਵਧਾਈ ਦਿੰਦੇ ਹਾਂ ਔਰ ਤੁਹਾਡੇ ਚੈਨਲ ਨੂੰ ਵਧਾਈ ਦਿੰਦੇ ਹਾਂ ਕਿ ਜਿਹੜੇ ਤੁਸੀਂ ਸਾਨੂੰ ਰਿਕਾਰਡ ਕਰ ਰਹੇ ਹੋ। ਅਸੀਂ ਜਿੰਨੇ ਵੀ ਸਟੂਡੈਂਟ ਇੱਥੇ ਆਉਣਗੇ, ਬੱਚੇ ਆਉਣਗੇ, ਉਹਨਾਂ ਤੋਂ ਜਿਹੜੇ ਚੰਗੇ ਵਧੀਆ ਗਾਉਣ ਵਾਲੇ ਬੱਚੇ ਨੇ ਉਹਨਾਂ ਦੀ ਸਿਲੈਕਸ਼ਨ ਹੋਏਗੀ, ਉਹਨਾਂ ਨੂੰ ਮੌਕਾ ਮਿਲੇਗਾ ਗਾਉਣ ਦਾ। ਬਾਕੀ ਕਈਆਂ ਨੂੰ ਨਹੀਂ ਮੌਕਾ ਮਿਲਦਾ, ਉਹਨਾਂ ਨੂੰ ਮੌਕਾ ਮਿਲੇਗਾ, ਇੱਕ ਫ੍ਰੀ ਮੌਕਾ ਮਿਲੇਗਾ, ਪੈਸੇ ਖਰਚਣ ਦੀ ਲੋੜ ਨਹੀਂ। ਅਤੇ ਗਾਉਂਦੇ ਪੰਜਾਬ ਵਾਲੇ ਜਿਹੜੇ ਘਮਾਨ ਸਾਹਿਬ ਨੇ ਉਹਨਾਂ ਨੇ ਚੰਗੇ ਚੰਗੇ ਕਲਾਕਾਰ ਸਾਨੂੰ ਵੀ ਬਹੁਤ ਰਿਕਾਰਡ ਕੀਤਾ, ਉਹਨਾਂ ਨੇ ਹੋਰਨਾਂ ਕਲਾਕਾਰਾਂ ਨੂੰ ਰਿਕਾਰਡ ਕਰਨਗੇ। ਅਸੀਂ ਇਹ ਦੇਖਾਂਗੇ ਵੀ ਜਿਹੜੇ ਚੰਗੇ ਕਲਾਕਾਰ ਨੇ ਉਹਨਾਂ ਨੂੰ ਰਿਕਾਰਡ ਕੀਤੀ ਜਾਵੇ। ਦਿਲ ਵਿੱਚ ਤੇਰਾ ਪਿਆਰ ਵਸਾ ਕੇ ਵੇਖੀ ਜਾਵਾਂ ਕੋਲ ਬਿਠਾ ਕੇ। ਹਾਂ, ਤੇ ਅੱਜ ਦੀ ਗਾਇਕੀ ਤੇ ਉਦੋਂ ਦੀ ਗਾਇਕੀ ਕਿਵੇਂ ਦੇਖਦੇ ਹੋ? ਨਹੀਂ, ਅੱਜ ਦੀ ਵੀ ਯੁੱਗ ਦੇ ਹਿਸਾਬ ਨਾਲ ਬੱਚਿਆਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਤੁਹਾਡੀ ਮਾੜੀ ਆ। ਮਤਲਬ ਜਿਹੜੀ ਅਸੀਂ ਪੰਜਾਬੀ ਕਲਚਰ ਨੂੰ ਆਪਣੇ ਵਿਰਸੇ ਨੂੰ ਆਪਣੇ ਸੱਭਿਆਤਾ ਨੂੰ ਸਾਂਭ ਕੇ ਰੱਖਣ ਵਾਸਤੇ ਆਪਾਂ ਜਿਹੜੇ ਨਾ ਆਪਣਾ ਸਟਾਈਲ ਨਹੀਂ ਬਦਲੀ ਕਰਦੇ। ਆਪਾਂ ਲੋਕ ਗੀਤਾਵਾਂ, ਲੋਕ ਗੀਤ ਜਿਹੜੇ ਨੇ ਉਹਨਾਂ ਨੂੰ ਸਾਂਭਣ ਵਾਸਤੇ ਜਾਂ ਪੁਰਾਣੇ ਸਾਜ਼ ਨੇ ਉਹਨਾਂ ਨਾਲ ਗਾਉਣ ਵਾਸਤੇ ਹੁਣ ਵੀ ਉਪਰਾਲਾ ਕਰ ਰਹੇ ਤੇ ਕਰਦੇ ਹੀ ਰਹਾਂਗੇ। ਸਰ ਅੱਜ ਅੰਮ੍ਰਿਤਸਰ ਪਹੁੰਚ ਚੁੱਕੇ ਆ, ਕੀ ਲੱਗਦਾ ਕਿੱਦਾਂ ਦਾ ਮਾਹੌਲ ਰਹੇਗਾ ਅੱਜ ਅੰਮ੍ਰਿਤਸਰ ਵਾਲਿਆਂ ਦਾ? ਅਨਮਿਊਟ ਚੈਨਲ ਦੇ ਰਾਹੀਂ ਜਿੰਨੇ ਵੀ ਦੇਖਣਗੇ ਦੇਖ ਰਹੇ ਨੇ ਔਰ ਵਧੀਆ ਗੱਲ ਹੈ ਕਿ ਅੱਜ ਅੰਮ੍ਰਿਤਸਰ ਅਸੀਂ ਪਹੁੰਚ ਗਏ ਹਾਂ ਸਾਰੇ ਹੀ ਜੱਜਿਸ ਕਰਨ ਵਾਸਤੇ। ਜਿੱਦਾਂ ਜਲੰਧਰ ਬਹੁਤ ਰੌਣਕਾਂ ਸੀਗੀਆਂ। ਇਸ ਤੋਂ ਡਾਡਾ ਦੁੱਖ ਨਾ ਕੋਈ, ਇਸ ਤੋਂ ਡਾਡਾ ਦੁੱਖ ਨਾ ਕੋਈ, ਇਸ ਤੋਂ ਡਾਡਾ ਦੁੱਖ ਨਾ ਕੋਈ, ਪਿਆਰ ਨਾ ਵਿਛੜੇ ਕਿਸੇ ਦਾ, ਯਾਰ ਨਾ ਵਿਛੜੇ।
ਆਸ ਹੈ ਕਿ ਅੱਜ ਜੀ ਸ਼ੁਰੂਆਤ ਹੋਈ ਹੈ, ਸਾਰੇ ਆਉਂਦੇ ਜਾਂਦੇ ਰਹਿਣਗੇ। ਕੰਪੀਟੀਸ਼ਨ ਸ਼ੁਰੂ ਹੋ ਗਿਆ ਜਿਹੜਾ JLPL ਗਾਉਂਦਾ ਪੰਜਾਬ ਦੇ ਵਿੱਚ ਅਸੀਂ ਅੱਜ ਕੋਸ਼ਿਸ਼ ਕਰਾਂਗੇ ਜੱਜਮੈਂਟ ਕਰਨ ਵਾਸਤੇ। ਔਰ ਅੱਜ ਇੱਥੇ ਖੁਸ਼ੀ ਹੈ ਕਿਉਂਕਿ ਇੱਥੇ ਭਾਵੇਂ ਜੱਜਮੈਂਟ ਨਾ ਵੀ ਹੋਵੇ, ਕੋਈ ਕੰਮ ਨਾ ਵੀ ਹੋਵੇ, ਜਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਆ ਜਾਂਦੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ 'ਚ ਆ ਜਾਈਦਾ, ਤਾਂ ਉਦੋਂ ਇੱਥੇ ਖੁਸ਼ੀ ਮਿਲਦੀ ਹੈ। JLPL ਗਾਉਂਦਾ ਪੰਜਾਬ 'ਚ ਦੋਵੇਂ ਜਨਰੇਸ਼ਨਸ ਆ ਰਹੀਆਂ ਨੇ, ਚਾਹੇ ਉਹ ਬੱਚੇ ਹੋਣ ਜਾਂ ਇਸ ਏਜ ਦੇ ਲੋਕ ਹੋਣ। ਤਾਂ ਸਰ ਪਹਿਲਾਂ ਤਾਂ ਕਿਹੋ ਜਿਹਾ ਲੱਗ ਰਿਹਾ ਕਿ ਤੁਸੀਂ ਲੈ ਕੇ ਆਇਓ ਤੇ ਬੱਚਿਆਂ ਤੋਂ ਲੈ ਕੇ ਇਸ ਏਜ ਦੀ ਜਨਰੇਸ਼ਨ ਪਸੰਦ ਕਰ ਰਹੀ ਹੈ ਤੇ ਇੱਥੇ ਪਹੁੰਚ ਰਹੀ ਹੈ? ਨਹੀਂ, ਜੇ ਆਈ ਜਸਟ ਵਾਂਟ ਟੂ ਸੇ ਜੇ ਦੋਨੇ ਜਨਰੇਸ਼ਨਸ ਹੈ ਨਾ, ਸਾਰੀਆਂ ਜਨਰੇਸ਼ਨਸ ਨੂੰ ਵਧੀਆ ਲੱਗ ਰਿਹਾ ਹੈ, ਦੈਟ ਮੀਨਸ ਵੀ ਡੂਇੰਗ ਸਮਥਿੰਗ ਰਾਈਟ ਓਬਵੀਅਸਲੀ, ਹੈ ਨਾ। ਤੇ ਜਿਹੜੇ ਮੈਮ ਆਏ ਨੇ, ਮੈਮ ਨੇ ਬੰਦਿਸ਼ ਦੀ ਗੱਲ ਕੀਤੀ ਹੈ। ਸੋ ਐਜ਼ JL ਪ੍ਰੋਡਕਸ਼ਨਸ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਕਿ ਨੋ ਰਜਿਸਟ੍ਰੇਸ਼ਨ ਫੀਸ, ਕਿਉਂਕਿ ਬੰਦਿਸ਼ 'ਚ ਮੋਨੀਟਰੀ ਐਕਸਪੈਂਸ ਵੀ ਆ ਜਾਂਦਾ ਹੈ ਨਾ। ਗਾਉਂਦਾ ਪੰਜਾਬ ਬਾਰੇ ਕਿੱਥੋਂ ਸੁਣਿਆ ਸੀ ਕਿ ਮੈਂ ਤੇ ਬਾਅਦ ਆਡੀਸ਼ਨ ਦੇ? ਮੈਨੂੰ ਆਪਣੇ ਅੱਜ ਹੀ ਫਰੈਂਡ ਦਾ ਫੋਨ ਆਇਆ ਕਿ ਗਾਉਂਦਾ ਪੰਜਾਬ ਦੀ ਆਡੀਸ਼ਨ ਹੁੰਦੇ ਪਏ। ਮੈਂ ਐਕਸਾਈਟਮੈਂਟ ਸੀ ਕਿ ਮੈਂ ਜਾਣਾ ਹੀ ਜਾਣਾ ਉੱਥੇ। ਹਾਂਜੀ, ਤੁਹਾਨੂੰ ਦੇਖ ਕੇ ਪੂਰਾ ਤਿਆਰੀ ਸ਼ਾਰੀ ਲੱਗ ਰਹੀ ਹੈ ਕਿ ਪੂਰੇ ਜੋਸ਼ ਨਾਲ ਆਏ ਹੋ ਤੇ? ਹਾਂਜੀ ਮੈਂ ਪੂਰੇ ਜੋਸ਼ ਨਾਲ, ਨਰਵਸ ਨਹੀਂ ਹੋਣਾ, ਬਸ ਚੱਕ ਦੇਣੇ ਫੱਟੇ। ਸੋ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਲਗਾਤਾਰ ਆਡੀਸ਼ਨ ਦੇਣ ਆ ਰਹੇ ਨੇ, ਕਿਉਂਕਿ ਇੱਕ ਪਲੇਟਫਾਰਮ ਕਹਿ ਦਈਏ ਕਿ ਇੱਕ ਮਿਲ ਚੁੱਕਿਆ ਹੈ, ਕਿਉਂਕਿ ਇੱਥੇ ਰਜਿਸਟ੍ਰੇਸ਼ਨ ਫੀ ਵੀ ਨਹੀਂ ਹੈਗੀ, ਤਾਂ ਕੀ ਕਹਿਣਾ ਚਾਹੋਗੇ ਜਿਹੜੇ ਰਹਿ ਜਾਂਦੇ ਨੇ, ਰੁਕ ਜਾਂਦੇ ਨੇ? ਪਹਿਲਾਂ ਤਾਂ ਮੈਂ ਸ਼ੁਕਰ ਅਦਾ ਕਰਦੇ ਗਾਉਂਦਾ ਪੰਜਾਬ ਦਾ, ਜਿਨ੍ਹਾਂ ਨੇ ਇਸ ਗਰੀਬ ਬੱਚਿਆਂ ਨੂੰ ਮਤਲਬ ਕਿ ਆਪਣਾ ਹੁਨਰ ਦਿਖਾਉਣ ਵਾਸਤੇ ਕਿਹਾ ਗਿਆ, ਤੇ ਬਹੁਤ ਸ਼ੁਕਰੀਆ ਗਾਉਂਦਾ ਪੰਜਾਬ। ਜਿਹੜੇ ਮਤਲਬ ਕਿ ਨਿਊ ਜਨਰੇਸ਼ਨ ਗਾਉਂਦੀ ਪਈ ਆ, ਉਹਨਾਂ ਨੂੰ ਅੱਛੀ ਤਰ੍ਹਾਂ ਆਪਣੀ ਪਰਫਾਰਮੈਂਸ ਦੇਣੀ ਚਾਹੀਦੀ ਆ, ਕਿ ਮਤਲਬ ਕਿ ਇੱਧਰ ਉੱਧਰ ਡਰਨਾ ਨਹੀਂ ਚਾਹੀਦਾ, ਨਰਵਸ ਨਹੀਂ ਹੋਣਾ ਚਾਹੀਦਾ, ਐਕਸਾਈਟਮੈਂਟ ਹੋਣੀ ਚਾਹੀਦੀ ਪੂਰੀ ਕਿ ਅਸੀਂ ਬੈਟਰ ਕਰ ਸਕਦੇ ਹਾਂ। JLPL ਗਾਉਂਦਾ ਪੰਜਾਬ ਦੇ ਆਡੀਸ਼ਨਸ ਅੱਜ ਜਲੰਧਰ ਤੋਂ ਹੁੰਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ 'ਚ ਪਹੁੰਚ ਚੁੱਕੇ ਨੇ। ਤਾਂ ਸਾਡੇ ਨਾਲ ਨੇ JL ਪ੍ਰੋਡਕਸ਼ਨਸ ਦੇ ਡਾਇਰੈਕਟਰ ਜਰਨੈਲ ਖੁਮਾਨ ਜੀ। ਤਾਂ ਸਰ, ਜਲੰਧਰ ਤੋਂ ਜਰਨੀ ਅੰਮ੍ਰਿਤਸਰ ਪਹੁੰਚ ਚੁੱਕੀ ਹੈ। ਸਭ ਤੋਂ ਪਹਿਲਾਂ ਤਾਂ ਜਲੰਧਰ 'ਚ ਕਿਹੋ ਜਿਹਾ ਜੋਸ਼ ਰਿਹਾ ਜੋ ਤੁਸੀਂ ਇਹ ਲੈ ਕੇ ਚੱਲੇ ਹੋ, ਗਾਉਂਦਾ ਪੰਜਾਬ ਇੱਕ ਉਪਰਾਲਾ, ਕਿਵੇਂ ਦਾ ਰਿਹਾ ਸੀ ਉੱਥੇ ਮਾਹੌਲ? ਸਭ ਤੋਂ ਪਹਿਲਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ, ਦਾ ਅਨਮਿਊਟ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਉਂਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ JLPL ਗਾਉਂਦਾ ਪੰਜਾਬ ਵਾਸਤੇ। ਜਲੰਧਰ ਦਾ ਬਹੁਤ ਵਧੀਆ ਰਿਹਾ, ਮਤਲਬ ਜਲੰਧਰ ਤੋਂ ਬਾਅਦ ਅੱਜ ਆਪਾਂ ਅੰਮ੍ਰਿਤਸਰ ਪਹੁੰਚੇ, ਇੱਥੇ ਉਦੋਂ ਵੀ ਵਧੀਆ ਰਹਿਣ ਦੀ ਸੰਭਾਵਨਾ ਕਿ ਗੁਰੂਆਂ ਦਾ ਆਸ਼ੀਰਵਾਦ ਨਾਲ ਹੈਗਾ ਇੱਥੇ, ਤੇ ਜਲੰਧਰ ਸ਼ੁਰੂਆਤ ਸੀਗੀ। ਜਲੰਧਰ ਐਡੀਸ਼ਨ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਕਿ ਕਿੰਨਾ ਜਨੂਨ ਸੀ ਬੱਚਿਆਂ ਦੇ ਵਿੱਚ, ਕਿੰਨਾ ਵਧੀਆ ਗਾ ਰਹੇ ਸੀ, ਕਿੰਨੇ ਮਤਲਬ ਤਿਆਰੀ ਨਾਲ ਆ ਰਹੇ ਸੀ, ਕੋਈ ਇੱਧਰ ਗਾਉਂਦਾ ਫਿਰਦਾ ਸੀਗਾ। ਸੋ ਮੈਨੂੰ ਲੱਗਦਾ ਕਿ ਜਿਸ ਮਕਸਦ ਨੂੰ ਲੈ ਕੇ ਮੈਂ ਤੇ ਮਹਿਤਾਬ ਝਾਨ ਜੀ ਹੋਰਾਂ ਨੇ ਜਾਂ ਸਾਡੀ ਸਾਰੀ ਟੀਮ ਨੇ ਇਹ ਉਲੀਕਿਆ ਸੀਗਾ ਪ੍ਰੋਗਰਾਮ JLPL ਗਾਉਂਦਾ ਪੰਜਾਬ, ਉਹ ਸੁਪਨੇ ਨੂੰ ਕਿਤੇ ਨਾ ਕਿਤੇ ਬਹੁਤ ਵਧੀਆ ਕਹਿ ਸਕਦੇ ਹਾਂ ਫਲ ਲੱਗਦੇ ਨਜ਼ਰ ਆ ਰਹੇ ਆ, ਕਿਉਂਕਿ ਉਹ ਇੰਨਾ ਸੌਖਾ ਨਹੀਂ ਲੱਗਦਾ ਸੀ ਪਹਿਲਾਂ ਕਿ ਵੀ ਇੰਨਾ ਛੇਤੀ ਆਉਣਗੇ, ਪਰ ਇਹਨਾਂ ਦਾ ਜਨੂਨ ਦੇਖ ਕੇ, ਇਹਨਾਂ ਦੇ ਸੁਪਨਿਆਂ ਦੀ ਉਡਾਨ ਦੇਖ ਕੇ ਲੱਗਦਾ ਹੈ ਕਿ ਜਿਹੜਾ JLPL ਗਾਉਂਦਾ ਪੰਜਾਬ ਸ਼ੋਅ ਦਾ ਮੇਨ ਮਕਸਦ ਹੈ ਉਹ ਪੂਰਾ ਜ਼ਰੂਰ ਹੋਊਗਾ, ਬਹੁਤ ਅੱਛੇ ਤਰੀਕੇ ਨਾਲ ਹੋਏਗਾ। ਤੇ ਅੱਜ ਅੰਮ੍ਰਿਤਸਰ ਅਸੀਂ ਪਹੁੰਚ ਚੁੱਕੇ ਹਾਂ। ਅੰਮ੍ਰਿਤਸਰ ਵਾਲੇ ਤੋਂ ਕੀ ਉਮੀਦ ਹੈ? ਅੰਮ੍ਰਿਤਸਰ ਵਾਲੇ ਤਾਂ ਪਹਿਲੇ ਦਿਨ ਹੀ ਮੋਰੀ ਰਹੇ ਨੇ। ਅੰਮ੍ਰਿਤਸਰ ਵਾਲੇ ਤਾਂ ਪਹਿਲੇ ਦਿਨ ਹੀ ਮੋਰੀ ਰਹੇ ਨੇ, ਕਿਉਂਕਿ ਕਿਸੇ ਵੀ ਪਾਸੇ ਤੋਂ ਆਪਾਂ ਲਾ ਲਈਏ ਤੇ ਅੰਮ੍ਰਿਤਸਰ ਮੋਰੀ ਆਉਂਦਾ ਆਪਣਾ, ਤੇ ਇੱਥੇ ਵਧੀਆ ਹੋਣਗੇ ਕਿਉਂਕਿ ਇੱਥੇ ਜਿਹੜੀ ਆਪਣੀ ਰਜਿਸਟ੍ਰੇਸ਼ਨ ਹੋਈ ਹੈ ਉਹ ਵੀ ਜ਼ਿਆਦਾ ਹੋਈ ਹੈ, ਤੇ ਇੱਥੇ ਹੁਣ ਟਾਈਮਿੰਗ ਦੇ ਹਿਸਾਬ ਨਾਲ ਜਿਵੇਂ ਉਹ ਸਵੇਰ ਦੇ ਟਾਈਮ ਤੋਂ ਲੈ ਕੇ ਦੇਖ ਰਿਹਾ, ਤਾਂ ਉਹ ਬੱਚੇ ਕਾਫੀ ਟਾਈਮ ਤੋਂ ਆਏ ਹੋਏ ਨੇ ਇੱਥੇ, ਕਿਉਂਕਿ ਇੱਕ ਤਾਂ ਜਗ੍ਹਾ ਸ਼ਹਿਰ ਦੇ ਵਿਚਾਲੇ ਹੈ, ਹਰੇਕ ਨੂੰ ਆਉਣਾ ਈਜੀ ਹੈਗਾ, ਤੇ ਇੱਕ ਅੱਜ ਮੌਸਮ ਵੀ ਠੀਕ ਹੈਗਾ, ਤੇ ਦੂਜਾ ਕੀ ਹੁੰਦਾ ਕਿ ਜਿਵੇਂ ਆਪਣਾ ਜਲੰਧਰ ਐਡੀਸ਼ਨ ਹੋਇਆ ਉਹਦੀ ਸਾਰੀ ਕਵਰੇਜ ਦਿੱਤੀ ਪ੍ਰੈਸ ਦਾ, ਧੰਨਵਾਦ ਕਰਨਾ ਬਣਦਾ, ਤਾਂ ਗੱਲ ਹੋਰ ਜ਼ਿਆਦਾ ਅੱਗੇ ਵੱਧਦੀ ਹੈ, ਦੇਖੋ ਦੇਖ ਵੱਧਦੀ ਹੈ। ਤੁਹਾਨੂੰ ਮੈਂ ਇੱਕ ਹੋਰ ਨਵੀਂ ਗੱਲ ਦੱਸਦਾ, ਮੈਂ ਇੱਕ ਬੱਚਾ ਹੁਣ ਮਿਲਿਆ ਮੈਨੂੰ ਇੱਥੇ, ਉਹ ਜਲੰਧਰ ਵੀ ਆਇਆ ਸੀ, ਤਾਂ ਮੈਨੂੰ ਪਛਾਣਿਆ ਤੂੰ ਜਲੰਧਰ ਵੀ ਆਇਆ ਸੀ, ਕਹਿੰਦਾ ਅੰਕਲ ਮੈਂ ਤਾਂ ਇੱਥੇ ਆ ਗਿਆ ਕਿ ਵੀ ਹੋ ਸਕਦਾ ਕਿ ਅਗਲੀ ਆ ਖੜਿਆ, ਆ ਜਾਓ ਜੀ ਤੂੰ ਨੇੜੇ ਆ ਜਾ, ਤੇ ਆਹ ਬੰਦਾ ਜਲੰਧਰ ਵੀ ਸੀਗਾ ਤੇ ਇੱਥੇ ਆਇਆ, ਕਹਿੰਦਾ ਮੈਂ ਕਿਹਾ ਵੀ ਜੇ ਜਲੰਧਰ ਫੋਕਾ ਰਹਿ ਗਿਆ ਫਿਰ ਤਾਂ ਇੱਥੇ ਆਪਾਂ ਪੂਰਾ ਉਦੋਂ ਵਧੀਆ ਗਾਵਾਂਗੇ, ਤਿਆਰੀ ਕਰਕੇ ਆਵਾਂਗੇ। ਸੋ ਆਪਣਾ ਕੋਈ ਇੱਦਾਂ ਦਾ ਹੈ ਨਹੀਂ ਬੰਦਿਸ਼ ਕਿ ਵੀ ਤੁਸੀਂ ਉੱਥੇ ਨਹੀਂ ਗਾ ਸਕਦੇ, ਉੱਥੇ ਨਹੀਂ ਗਾ ਸਕਦੇ। ਜੇ ਤੁਹਾਨੂੰ ਲੱਗਦਾ ਕਿ ਮੈਂ ਐਡੀਸ਼ਨ ਦੇ ਵਿੱਚ ਦੂਜੀ ਜਗ੍ਹਾ ਜਾਣਾ ਤਾਂ ਜਾ ਸਕਦੇ ਹੋ, ਓਪਨ ਹੈਗਾ। ਤੇ ਅੱਜ ਅੰਮ੍ਰਿਤਸਰ ਜਲੰਧਰ ਨਾਲੋਂ ਵਧੀਆ ਰਹੇਗਾ, ਹਰ ਜਗ੍ਹਾ ਸਾਰਾ ਕੁਝ ਵਧੀਆ ਰਹੇਗਾ ਜੀ। ਤਾਂ ਜਲੰਧਰ 'ਚ ਅਸੀਂ ਸੁਣਿਆ ਸੀ ਕੰਟੈਸਟੈਂਟਸ ਕਹਿ ਰਹੇ ਸੀਗੇ ਕਿ ਅਸੀਂ ਗਾਉਂਦਾ ਪੰਜਾਬ ਤੋਂ ਕਿੰਨੀਆਂ ਹੀ ਉਮੀਦਾਂ ਰੱਖੀਆਂ, ਕਿਉਂਕਿ ਇੱਕ ਤੇ ਏਜ
ਏਜ ਲਿਮਿਟ ਜਿਹੜੀ ਉਹ ਵੀ ਜ਼ਿਆਦਾ ਹੈ ਤੇ ਉਤੋਂ ਮਤਲਬ ਕਿ ਗਾਉਂਦਾ ਪੰਜਾਬ ਤੋਂ ਉਹਨਾਂ ਦੇ ਸੁਪਨੇ ਜਿਹੜੇ ਆ ਨਾ ਉੱਭਰਦਾ ਟੈਲੈਂਟ ਜਿਹੜਾ ਉਹ ਸਾਹਮਣੇ ਆ ਰਿਹਾ, ਤਾਂ ਕਿਵੇਂ ਦਾ ਲੱਗਦਾ ਹੈ ਕਿ ਜਿਹੜਾ ਉਪਰਾਲਾ ਤੁਸੀਂ ਲੈ ਕੇ ਆਏ ਲੋਕ ਉਹਨੂੰ ਪਸੰਦ ਕਰ ਰਹੇ? ਬਿਲਕੁਲ ਪਸੰਦ ਕਰ ਰਹੇ ਨੇ। ਦੇਖੋ ਉਹਦੀਆਂ ਕਈ ਉਦਾਹਰਨਾਂ ਜਾਂ ਕਈ ਸਬੂਤ ਆਪਣੇ ਸਾਹਮਣੇ ਨੇ। ਏਜ ਲਿਮਿਟ ਦੀ ਤੁਸੀਂ ਗੱਲ ਕੀਤੀ, 20 ਸਾਲ ਦਾ ਆਪਾਂ ਨੇ ਇੱਕ ਮਾਰਜਨ ਰੱਖਿਆ, 15 ਤੋਂ ਲੈ ਕੇ 35 ਸਾਲ ਤੱਕ। 20 ਸਾਲ ਉਹੀ ਹੁੰਦੇ ਨੇ ਕਿ ਜਦੋਂ ਬੰਦਾ ਕੁਝ ਨਵਾਂ ਸੋਚਦਾ, ਤੇ 35 ਸਾਲ ਦੀ ਉਮਰ ਤੋਂ ਬਾਅਦ ਬੰਦਾ ਕੋਈ ਸੈਟਲ ਹੋ ਜਾਂਦਾ, ਕੁਝ ਹੋਰ ਕਰ ਲੈਂਦਾ। ਤੇ ਮੈਂ ਤੇ ਮਹਿਤਾਬ ਝਾਨ ਹੋਰਾਂ ਨੇ ਜਦੋਂ ਇਹ ਸਾਰਾ ਕ੍ਰਾਈਟੇਰੀਆ ਫਾਈਨਲ ਕੀਤਾ ਸੀਗਾ ਤਾਂ ਉਦੋਂ ਸੀਗਾ ਕਿ 15 ਸਾਲ ਦਾ ਬੱਚੇ ਦੇ ਇਹਨੇ ਕੈਰੀਅਰ ਸਿਲੈਕਟ ਕਰਨਾ ਹੁੰਦਾ ਤੇ 35 ਸਾਲ ਤੱਕ ਬੰਦਾ ਕਈ ਮੈਚਿਓਰ ਹੁੰਦੇ ਆ, ਤੇ ਉਹਦੇ ਮੁਤਾਬਕ ਉੱਥੇ ਸਾਨੂੰ ਵਧੀਆ ਬੱਚੇ ਮਿਲੇ। ਮਤਲਬ ਅਸੀਂ ਇੱਕ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਕਿਸ ਆਡੀਸ਼ਨ ਤੋਂ ਕਿਸ ਸਟੇਜ ਤੋਂ ਕਿੰਨੇ ਬੱਚੇ ਲੈ ਕੇ ਆਉਣੇ ਆ। ਹੁਣੀ ਮੇਰੀ ਕਿਸੇ ਹੋਰ ਸਾਥੀ ਚੈਨਲ ਨਾਲ ਗੱਲ ਹੋ ਰਹੀ ਸੀ ਤਾਂ ਉੱਥੇ ਗੱਲ ਨਿਕਲ ਕੇ ਆ ਰਹੀ ਸੀ ਕਿ ਤੁਹਾਨੂੰ ਕਿਵੇਂ ਲੱਗਦਾ ਉੱਥੇ ਸਾਨੂੰ ਹੁਣ ਪੰਗਾ ਕਿੱਥੇ ਪੈ ਰਿਹਾ, ਮੈਨੂੰ ਤੇ ਮਹਿਤਾਬ ਜੀ ਹੋਰਾਂ ਨੂੰ, ਕਿ ਬੱਚੇ ਜ਼ਿਆਦਾ ਵਧੀਆ ਗਾਉਂਦੇ। ਮਤਲਬ ਜਿਵੇਂ ਕਹਿੰਦੇ ਵੀ ਇੱਕ ਪਿੰਡ ਕਲਾਕਾਰ ਤਾਂ ਉਦੋਂ ਵੀ ਵੱਡੀ ਗੱਲ ਹੈ। ਅਸੀਂ ਤਾਂ ਹੁਣ ਇਹ ਵੀ ਕਹਿ ਸਕਦੇ ਵੀ ਚੱਪੇ ਚੱਪੇ ਤੇ ਕਲਾਕਾਰ, ਤੇ ਉਹ ਹੁਣ ਉਹਨਾਂ ਨੂੰ ਸਿਲੈਕਟ ਕਰਨਾ ਬਹੁਤ ਔਖਾ ਹੋ ਰਿਹਾ। ਪਰਸੋਂ ਅਸੀਂ ਰਾਤ ਨੂੰ 12:30 1 ਵਜੇ ਤੱਕ ਰਿਜ਼ਲਟ ਤੇ ਬੈਠੇ ਰਹੇ, ਤੇ ਹੁਣ ਕੱਲ੍ਹ ਵੀ ਮੈਂ ਤੇ ਮਹਿਤਾਬ ਹੋਰਾਂ ਨੇ ਵੀ ਨਹੀਂ ਆਪਾਂ ਮਤਲਬ ਉਹ ਚੀਜ਼ਾਂ ਦੇ ਵਿੱਚ ਕੀ ਅਗਲੀ ਵਾਰੀ ਜਦੋਂ ਪੰਜਾਬ ਮਤਲਬ ਪ੍ਰਮਾਤਮਾ ਕਰੇ ਆਪਾਂ JLPL ਗਾਉਂਦਾ ਪੰਜਾਬ ਨੈਕਸਟ ਸੀਜ਼ਨ ਕਰਾਂਗੇ ਤਾਂ ਸਾਨੂੰ ਬਹੁਤ ਵਿਸ਼ਾਲ ਇਹਦਾ ਘੇਰਾ ਰੱਖਣਾ ਪਏਗਾ, ਕਿਉਂਕਿ ਬੱਚਿਆਂ ਦੇ ਵਿੱਚ ਉਤਸ਼ਾਹ ਬਹੁਤ ਹੈ, ਟੈਲੈਂਟ ਬਹੁਤ ਹੈ। JLPL ਗਾਉਂਦਾ ਪੰਜਾਬ ਦੇ ਡਾਇਰੈਕਟਰ ਇਸ ਵਕਤ ਮੇਰੇ ਨਾਲ ਨੇ। ਸੋ ਸਰ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਕਿ ਜਲੰਧਰ 'ਚ ਸਾਰਾ ਇੱਕ ਕਹਿ ਸਕਦੇ ਕਿ ਤਾਮਝਾਮ ਜਿਹੜਾ ਗਾਉਂਦਾ ਪੰਜਾਬ ਦਾ ਤੁਸੀਂ ਦੇਖ ਰਹੇ ਹੋ, ਤਾਂ ਜਲੰਧਰ 'ਚ ਕਿਵੇਂ ਦੀ ਜਰਨੀ ਰਹੀ ਗਾਉਂਦਾ ਪੰਜਾਬ? ਜਲੰਧਰ ਜਰਨੀ ਬਹੁਤ ਵਧੀਆ ਰਹੀ। ਇੰਨੀ ਠੰਡ ਦੇ ਬਾਵਜੂਦ ਵੀ ਮਤਲਬ ਕੰਟੈਸਟੈਂਟਸ ਬੜੇ ਹੁਮ ਆ ਕੇ ਪਹੁੰਚੇ ਸੀ ਉੱਥੇ, ਔਰ ਟੈਲੈਂਟਡ ਵੀ ਬਹੁਤ ਪਹੁੰਚੇ। ਜੋ ਸਾਨੂੰ ਸਟੂਡੀਓ ਰਾਊਂਡ ਤੱਕ ਮਿਲਣਾ ਚਾਹੀਦਾ ਸੀ, ਜੋ ਸਾਡਾ ਟਾਰਗੇਟ ਸੀ, ਉਹ ਟਾਰਗੇਟ ਅਸੀਂ ਅਚੀਵ ਕੀਤਾ ਉੱਥੋਂ। ਤਾਂ ਅੱਜ ਗੁਰੂ ਨਗਰੀ ਅੰਮ੍ਰਿਤਸਰ 'ਚ ਪਹੁੰਚ ਚੁੱਕੇ ਆ, ਕਿਵੇਂ ਲੱਗਦਾ ਕਿ ਅੱਜ ਕੰਟੈਸਟੈਂਟਸ ਅੰਮ੍ਰਿਤਸਰ ਵਾਲਿਆਂ 'ਚ ਕਿਵੇਂ ਦਾ ਜੋਸ਼ ਰਹੇਗਾ, ਕਿਵੇਂ ਦੇ ਰਹਿਣਗੇ? ਬਿਲਕੁਲ ਜੀ, ਇਹ ਵੀ ਗੜ੍ਹ ਹੈਗਾ ਤੇ ਇੱਥੇ ਵੀ ਬਹੁਤ ਸਾਰੇ ਕੰਟੈਸਟੈਂਟਸ ਮਿਲਣ ਦੀ ਉਮੀਦ ਹੈਗੀ ਆਪਾਂ ਨੂੰ। ਤੇ ਆਡੀਅנס ਆਪਣਾ ਕੰਟੈਸਟੈਂਟਸ ਆ ਚੁੱਕੇ ਹੈ, ਕਾਫੀ ਆ ਚੁੱਕੇ ਆ, ਹਜੇ ਹੋਰ ਆਉਣੇ ਆ। ਬਾਕੀ ਸਾਡਾ ਟਾਰਗੇਟ ਜੋ ਲੈ ਕੇ ਚੱਲੇ ਆ ਉਹ ਟਾਰਗੇਟ ਅਸੀਂ ਅਚੀਵ ਕਰ ਲਾਂਗੇ। ਤੁਸੀਂ ਲਗਭਗ ਸਾਰੇ ਕੰਟੈਸਟੈਂਟਸ ਨੂੰ ਹੁਣ ਤੱਕ ਦੇਖਿਆ ਜਲੰਧਰ ਤੋਂ ਜਾਂ ਹੁਣ ਅੰਮ੍ਰਿਤਸਰ 'ਚ ਵੀ ਜਿਹੜੇ ਆ ਰਹੇ ਨੇ, ਤਾਂ ਕੀ ਲੱਗਦਾ ਹੈ ਕਿ ਪੂਰੀਆਂ ਉਮੀਦਾਂ ਨੇ ਵੀ ਗਾਉਂਦਾ ਪੰਜਾਬ ਜਿਹੜਾ ਪੰਜਾਬ ਦੇ ਪਿੰਡ 'ਚੋਂ ਉੱਭਰਦੇ ਕਲਾਕਾਰ ਉਹਨਾਂ ਨੂੰ ਲੈ ਆਏਗਾ? ਬਿਲਕੁਲ ਜੀ, ਅਸੀਂ ਗਰਾਊਂਡ ਲੈਵਲ ਤੱਕ ਜਾ ਰਹੇ ਹਾਂ, ਹਰ ਜਗ੍ਹਾ ਤੇ ਜਾ ਰਹੇ ਹਾਂ, ਆਡੀਸ਼ਨਸ ਕਰ ਰਹੇ ਹਾਂ। ਬਾਕੀ ਕੰਟੈਸਟੈਂਟਸ ਆ ਰਹੇ ਨੇ ਔਰ ਗਰਾਊਂਡ ਲੈਵਲ ਤੋਂ ਹੀ ਅਸੀਂ ਚੱਕ ਕੇ ਉਹਨਾਂ ਨੂੰ ਪਲੇਟਫਾਰਮ ਤੱਕ ਲੈ ਕੇ ਜਾਣਾ। 4 ਤੋਂ 5 ਰਾਊਂਡ ਅੱਗੇ ਦੀ ਅੱਗੇ ਇਸ ਰਾਊਂਡਸ ਤੋਂ ਬਾਅਦ ਵੀ ਹੈਗੇ, 2 ਰਾਊਂਡ ਹੋਰ ਹੈਗੇ, ਉਹ ਕਰਕੇ ਪੂਰੀ ਛਾਂਟੀ ਕਰਕੇ ਅਸੀਂ ਜੋ ਬਿਲਕੁਲ ਹੀ ਪਰਫੈਕਟ ਹੈਗੇ ਹੈ ਉਹਨਾਂ ਨੂੰ ਲੈ ਕੇ ਜਾਵਾਂਗੇ। ਜੋ ਗਰੂਮਿੰਗ ਹੋ ਸਕਦੇ ਹੈਗੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਵਾਂਗੇ, ਤਾਂ ਕਿ ਜਿਨ੍ਹਾਂ 'ਚ ਹੈ ਕਲਾ ਔਰ ਸਾਨੂੰ ਲੱਗਦਾ ਕਿ ਉਹ ਗਰੂਮ ਹੋ ਸਕਦੇ, ਉਹਨਾਂ ਨੂੰ ਵੀ ਇਸ ਨਾਲ ਲੈ ਕੇ ਜਾਵਾਂਗੇ। JLPL ਗਾਉਂਦਾ ਪੰਜਾਬ ਦੇ ਆਡੀਸ਼ਨਸ ਅੱਜ ਅੰਮ੍ਰਿਤਸਰ ਪਹੁੰਚ ਚੁੱਕੇ ਨੇ, ਤੇ ਇਸ ਵਕਤ ਸਾਡੇ ਨਾਲ ਜਿਹੜੇ ਜੱਜ ਕਰਨ ਜਾ ਰਹੇ ਨੇ ਇਹ ਸਦਾਬਹਾਰ ਜੋੜੀ ਹੈ, ਰਿਸ਼ਪਾਲ ਸਿੰਘ ਰਸੀਲਾ ਤੇ ਮੋਹਨੀ ਰਸੀਲਾ ਜੀ। ਤਾਂ ਸਰ, ਪਹਿਲਾਂ ਤਾਂ ਤੁਸੀਂ ਗਾਉਂਦਾ ਪੰਜਾਬ ਨੂੰ ਅੱਜ ਜੱਜ ਕਰਨ ਆਏ ਹੋ। ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਪਿੰਡ 'ਚ ਲੁਕੇ ਹੋਏ ਟੈਲੈਂਟ ਨੇ ਉਹਨਾਂ ਨੂੰ ਬਾਹਰ ਲਿਆਉਣ ਲਈ ਜਿਹੜਾ ਗਾਉਂਦਾ ਪੰਜਾਬ ਉਪਰਾਲਾ ਕਰ ਰਿਹਾ, ਉਹਦੇ ਬਾਰੇ ਕੀ ਕਹੋ? ਸਭ ਤੋਂ ਪਹਿਲੀ ਜੀ ਗਾਉਂਦਾ ਪੰਜਾਬ ਨੂੰ ਵਧਾਈ ਦਿੰਦੇ ਹਾਂ, ਔਰ ਤੁਹਾਡੇ ਚੈਨਲ ਨੂੰ ਵਧਾਈ ਦਿੰਦੇ ਹਾਂ ਕਿ ਜਿਹੜੇ ਤੁਸੀਂ ਸਾਨੂੰ ਰਿਕਾਰਡ ਕਰ ਰਹੇ ਹੋ। ਅਸੀਂ ਜਿੰਨੇ ਵੀ ਸਟੂਡੈਂਟ ਇੱਥੇ ਆਉਣਗੇ, ਬੱਚੇ ਆਉਣਗੇ, ਉਹਨਾਂ ਤੋਂ ਜਿਹੜੇ ਚੰਗੇ ਵਧੀਆ ਗਾਉਣ ਵਾਲੇ ਬੱਚੇ ਨੇ ਉਹਨਾਂ ਦੀ ਸਿਲੈਕਸ਼ਨ ਹੋਏਗੀ, ਉਹਨਾਂ ਨੂੰ ਮੌਕਾ ਮਿਲੇਗਾ ਗਾਉਣ ਦਾ। ਬਾਕੀ ਕਈਆਂ ਨੂੰ ਨਹੀਂ ਮੌਕਾ ਮਿਲਦਾ, ਉਹਨਾਂ ਨੂੰ ਮੌਕਾ ਮਿਲੇਗਾ, ਇੱਕ ਫ੍ਰੀ ਮੌਕਾ ਮਿਲੇਗਾ, ਪੈਸੇ ਖਰਚਣ ਦੀ ਲੋੜ ਨਹੀਂ। ਤੇ ਗਾਉਂਦੇ ਪੰਜਾਬ ਵਾਲੇ ਜਿਹੜੇ ਘਮਾਨ ਸਾਹਿਬ ਨੇ, ਉਹਨਾਂ ਨੇ ਚੰਗੇ ਕਲਾਕਾਰ ਸਾਨੂੰ ਵੀ ਬਹੁਤ ਰਿਕਾਰਡ ਕੀਤਾ, ਉਹਨਾਂ ਨੇ ਹੋਰ ਨਾ ਕਲਾਕਾਰਾਂ ਨੂੰ ਰਿਕਾਰਡ ਕਰਨਗੇ। ਅਸੀਂ ਇਹ ਦੇਖਾਂਗੇ ਵੀ ਜਿਹੜੇ ਚੰਗੇ ਕਲਾਕਾਰ ਨੇ ਉਹਨਾਂ ਨੂੰ ਰਿਕਾਰਡ ਕੀਤੀ ਜਾਵੇ। ਤਾਂ ਹੁਣ ਮੈਂ ਤੁਹਾਡੀ ਜੋੜੀ ਬਾਰੇ ਜਾਣਨਾ ਚਾਹੁੰਦੀ ਹਾਂ, ਮੈਨੂੰ ਆਪਣੇ ਬਾਰੇ ਥੋੜ੍ਹਾ ਦੱਸੋ। ਤੁਸੀਂ ਕਦੋਂ ਤੋਂ ਗਾ ਰਹੇ? ਮੈਨੂੰ ਲੱਗਦਾ ਉਦੋਂ ਤੇ ਅਸੀਂ ਹਲੇ ਜੰਮੇ ਵੀ ਨਹੀਂ ਹੋਣੇ ਜਦੋਂ ਤੁਸੀਂ ਗਾ ਰਹੇ ਹੋ। ਹਾਂਜੀ, ਹੋ ਹੀ ਗਿਆ ਜੀ, ਕੋਈ ਲਗਭਗ 4 ਦਹਾਕੇ ਗਾਉਂਦੇ ਉਹਨੂੰ। ਤੇ 1983 ਦੇ ਵਿੱਚ ਸਭ ਤੋਂ ਪਹਿਲਾਂ ਰਿਕਾਰਡਿੰਗ ਸਾਡੀ ਹੋਈ। ਉਸ ਤੋਂ ਬਾਅਦ ਫਿਰ ਲਗਾਤਾਰ ਹੋਏਗੀ, ਫਿਰ ਘੱਟ ਤੋਂ ਘੱਟ 150-200 ਕੈਸਟ ਦੇ ਲਗਭਗ ਰਿਕਾਰਡ ਹੋਈ ਗਈਆਂ ਸਾਡੀਆਂ ਕੈਸਟਾਂ। ਅਤੇ ਚੰਗੇ ਮਿਊਜ਼ਿਕ ਡਾਇਰੈਕਟਰ ਜਿੱਦਾਂ ਚਰਨਜੀਤ ਅਹੂਜਾ, ਕੇਸਰ ਸਿੰਘ ਨੂਰਲਾ, ਜਵਾਲਾ ਪ੍ਰਸ਼ਾਦ ਜੀ, ਗੁਰਮੀਤ ਜੀ, ਰਜਿੰਦਰ ਪੱਪੂ ਜੀ, ਗੌਤਮ ਜੀ, ਸਿੰਦਰ ਬੱਚਨ, ਵਰਿੰਦਰ ਬੱਚਨ, ਕੋਈ ਮਿਊਜ਼ਿਕ ਡਾਇਰੈਕਟਰ ਜਿਹੜੇ ਪੰਜਾਬੀ ਦੇ ਨਾਲ, ਕਿੱਤੂ ਜੀ, ਮਤਲਬ ਸਾਰਿਆਂ ਕੋਲੋਂ ਰਿਕਾਰਡ ਕੀਤੇ ਆ, ਸਾਰੇ ਸਾਡੇ ਮਿਊਜ਼ਿਕ ਡਾਇਰੈਕਟਰ ਸੀ। ਤੇ ਅੱਜ ਦੀ ਗਾਇਕੀ ਤੇ ਉਦੋਂ ਦੀ ਗਾਇਕੀ ਕਿਵੇਂ ਦੇਖਦੇ ਹੋ? ਨਹੀਂ, ਅੱਜ ਦੀ ਵੀ ਯੁੱਗ ਦੇ ਹਿਸਾਬ ਨਾਲ ਬੱਚਿਆਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੁਹਾਡੀ ਮਾੜੀ ਆ। ਮਤਲਬ ਜਿਹੜੀ ਅਸੀਂ ਪੰਜਾਬੀ ਕਲਚਰ ਨੂੰ, ਆਪਣੇ ਵਿਰਸੇ ਨੂੰ, ਆਪਣੇ ਸੱਭਿਅਤਾ ਨੂੰ ਸਾਂਭ ਕੇ ਰੱਖਣ ਵਾਸਤੇ ਆਪਾਂ ਜਿਹੜੇ ਨਾ ਆਪਣਾ ਸਟਾਈਲ ਨਹੀਂ ਬਦਲੀ ਕਰਦੇ। ਆਪਾਂ ਲੋਕ ਗੀਤਾਵਾਂ, ਲੋਕ ਗੀਤ ਜਿਹੜੇ ਨੇ ਉਹਨਾਂ ਨੂੰ ਸਾਂਭਣ ਵਾਸਤੇ ਜਾਂ ਪੁਰਾਣੇ ਸਾਜ਼ ਨੇ ਉਹਨਾਂ ਨਾਲ ਗਾਉਣ ਵਾਸਤੇ ਹੁਣ ਵੀ ਉਪਰਾਲਾ ਕਰ ਰਹੇ ਤੇ ਕਰਦੇ ਹੀ ਰਹਾਂਗੇ।
ਤਾਂ ਮੈਮ ਅੱਜ ਜੇ ਅਸੀਂ ਗੱਲ ਕਰੀਏ ਤਾਂ ਅੱਜ ਬਹੁਤੀ ਗਾਇਕੀ ਦੀ ਜੇ ਅਸੀਂ ਗੱਲ ਕਰੀਏ ਤਾਂ ਨਸ਼ਾ ਜਾਂ ਫਿਰ ਨਸ਼ਾ ਜਾਂ ਗਨ ਕਲਚਰ ਨੂੰ ਲੈ ਕੇ ਜਿਹੜਾ ਅੱਜ ਕੱਲ੍ਹ ਚੱਲਦਾ ਆ ਰਿਹਾ, ਤਾਂ ਉਸ ਗਾਇਕੀ ਨੂੰ ਤੇ ਸੱਭਿਆਚਾਰਕ ਗਾਇਕੀ ਤੁਹਾਨੂੰ ਕੀ ਲੱਗਦਾ ਕਿ ਉਹ ਗਾਇਕੀ ਮਤਲਬ ਕਿ ਸਹੀ ਰਹੂਗੀ ਆਪਣੀ ਜਨਰੇਸ਼ਨ ਲਈ? ਦੇਖੋ ਜੀ, ਉਹ ਤੇ ਬਿਲਕੁਲ ਗਲਤ ਹੈ, ਕਿਉਂਕਿ ਨਸ਼ਿਆਂ ਦੇ ਹੱਕ 'ਚ ਬੋਲਣਾ, ਉਹਨਾਂ ਨੂੰ ਪ੍ਰਮੋਟ ਕਰਨਾ ਤੇ ਗਨ ਵਗੈਰਾ ਦੇ ਸੌਂਗ ਬੋਲਣੇ, ਕਿਉਂਕਿ ਅੱਜ ਕੱਲ੍ਹ ਬੱਚੇ ਜਿਹੜੇ ਨੇ ਨਾ ਲਕੀਰ ਦੇ ਫਕੀਰ ਨੇ, ਉਹ ਸੋਚਦੇ ਨੇ ਜੋ ਇਹ ਕਰ ਰਹੇ ਨੇ ਨਾ ਅਸੀਂ ਵੀ ਉਹੀ ਕਰਨਾ, ਕਿਉਂਕਿ ਨਕਲ ਕਰਦੇ ਆ। ਜੋ ਅਸੀਂ ਗਾਇਆ ਆ, ਜੋ ਗਾਇਆ ਅਸੀਂ ਮਾੜਾ ਨਹੀਂ ਕਹਿੰਦੇ, ਬਟ ਫਿਰ ਵੀ ਕਲਾਕਾਰ ਬਹੁਤ ਸੋਹਣੇ ਨਵੇਂ ਬੱਚੇ ਗਾਉਂਦੇ ਨੇ। ਬਟ ਇਹ ਹੈ ਕਿ ਨਸ਼ਿਆਂ ਨੂੰ ਪ੍ਰਮੋਟ ਨਾ ਕਰਨ। ਅਸੀਂ ਨਸ਼ਿਆਂ ਦੇ ਖਿਲਾਫ ਬੋਲਿਆ, ਦਾਜ ਦੇ ਖਿਲਾਫ ਬੋਲਿਆ, ਜੋ ਵੀ ਬੋਲਿਆ, ਔਰ ਲੋਕੀ ਅੱਜ ਵੀ ਸੁਣਦੇ ਨੇ, ਕਿਉਂਕਿ ਚੰਗੀ ਗਾਇਕੀ ਨੂੰ ਕਦੀ ਕੋਈ ਨਕਾਰ ਨਹੀਂ ਸਕਦਾ, ਠੀਕ ਹੈ ਨਾ। ਬਾਕੀ ਹਾਲਾਤ ਸਮੇਂ ਦੇ ਨਾਲ ਨਾਲ ਜਿਵੇਂ ਬੱਚਿਆਂ ਦੀ ਅੱਜ ਕੱਲ੍ਹ ਸੋਚ ਹੈ, ਉਵੇਂ ਦੇ ਹੀ ਰਾਈਟਰ ਨੇ, ਉਹਨਾਂ ਉੱਦਾਂ ਦਾ ਹੀ ਲਿਖਣਾ, ਉਹਨਾਂ ਉੱਦਾਂ ਦਾ ਹੀ ਗਾਉਣਾ, ਕਿਉਂਕਿ ਸਮਝ ਤੋਂ ਬਾਹਰ ਆ ਉਹਨਾਂ ਦੇ। ਇਹ ਨਾ ਸਮਝ ਵੀ ਨੇ ਬੱਚੇ ਅਜੇ, ਕਈ ਵਾਰੀ ਇੰਨੇ ਨਾ ਮੈਚੋਰ ਨਹੀਂ ਹੈਗੇ, ਥੋੜ੍ਹੇ ਮੈਚੋਰ ਹੋ ਜਾਣਗੇ ਨਾ। ਕੁਛ ਗਾਣੇ ਇਹੋ ਜਿਹੇ ਅਸੀਂ ਵੀ ਜਦੋਂ ਸ਼ੁਰੂ ਕੀਤਾ ਸਾਨੂੰ ਨਹੀਂ ਸੀ ਪਤਾ ਵੀ ਥੋੜ੍ਹਾ ਬਹੁਤਾ ਨਾ ਗਾ ਲੈਣਾ। ਹੁਣ ਉਸ ਤੋਂ ਬਾਅਦ ਅਸੀਂ ਕਦੀ ਇਹੋ ਜਿਹਾ ਮਾੜਾ ਗਾਣਾ ਗਾਇਆ ਹੀ ਨਹੀਂ ਆ ਕਿ ਸਾਨੂੰ ਕਿ ਸਮਝ ਆ ਗਈ ਹੈ। ਦਰਅਸਲ ਬੱਚਿਆਂ ਵਿੱਚ ਸਮਝ ਵੀ ਨਹੀਂ ਅਜੇ ਹੈਗੀ, ਤੇ ਇਹ ਭੜਕਾਊ ਗਾਣੇ ਨਹੀਂ ਗਾਣੇ ਚਾਹੀਦੇ ਬੱਚਿਆਂ ਨੂੰ। ਬਾਕੀ ਟੈਲੈਂਟ ਬੱਚਿਆਂ 'ਚ ਬਹੁਤ ਆ, ਹੈ ਨਾ। ਅੱਜ ਵੀ ਅੱਗੇ ਅਸੀਂ ਪੈਸੇ ਲੈ ਕੇ ਗਾਉਂਦੇ ਸੀ, ਹੁਣ ਪੈਸੇ ਖਰਚ ਕਰਕੇ ਗਾਉਂਦੇ ਆ। ਤੇ ਜਿਹੜੇ ਬੱਚਿਆਂ ਦੇ ਕੋਲ ਹੈਗਾ ਆ, ਗਾਇਕੀ ਹੈਗੀ ਆ, ਉਹ ਨਹੀਂ ਗਾ ਸਕਦੇ, ਪੈਸੇ ਨਹੀਂ ਖਰਚ ਕਰ ਸਕਦੇ। ਤੇ ਉਹ ਘਮਾਨ ਸਾਹਿਬ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਉਹਨਾਂ ਨੂੰ ਮੌਕਾ ਮਿਲੇਗਾ, ਤੇ ਅਸੀਂ ਵੀ ਇਨਸਾਫ ਕਰਾਂਗੇ ਕਿ ਇੱਥੋਂ ਅੰਮ੍ਰਿਤਸਰ 'ਚ ਵਧੀਆ ਹੀ ਕਲਾਕਾਰ। ਤੇ ਗਾਇਕੀ ਦੀ ਗੱਲ ਕਰੀਏ ਤਾਂ ਇੱਕ, ਕਿਉਂਕਿ ਜੇ ਸਾਡੇ 'ਚ ਕੋਈ ਹੁਨਰ ਆ ਤੇ ਅਸੀਂ ਉਹਨੂੰ ਇੱਕ ਪੂਜਦੇ ਹਾਂ ਕਿ ਇਹ ਸਾਡਾ ਹੁਨਰ ਆ ਤੇ ਅਸੀਂ ਇਹਦੇ ਨਾਲ ਹੀ ਅੱਗੇ ਜਾਣਾ। ਤੇ ਗਾਇਕੀ ਨੂੰ ਕਿਵੇਂ ਦੇਖਦੇ ਹੋ, ਉਸ ਬਾਰੇ ਥੋੜ੍ਹਾ ਜਿਹਾ ਦੱਸੋ। ਗਾਇਕੀ ਗੱਲ ਐਵੇਂ ਆ ਜੀ, ਅਸੀਂ ਤੇ ਗਾਇਕੀ ਨੂੰ ਰੱਬ ਮੰਨਦੇ ਹਾਂ, ਕਿਉਂਕਿ ਗਾਇਕੀ ਦੀ ਬਦੌਲਤ ਸਾਡਾ ਨਾਂ ਲੋਕਾਂ ਦੇ ਵਿੱਚ ਆ। ਗਾਇਕੀ ਤੋਂ ਅਸੀਂ ਬਹੁਤ ਕੁਝ ਕਮਾਇਆ, ਤੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਸਾਡਾ ਕਲਚਰ ਆ ਨਾ, ਪੰਜਾਬੀ ਵਿਰਸਾ ਸਾਡਾ ਜਿਹੜਾ, ਸਾਡੀ ਮਾਂ ਬੋਲੀ, ਅਸੀਂ ਇਹਨੂੰ ਸਾਂਭੀਏ, ਨਾ ਕਿ ਵੈਸਟਰਨ ਕਲਚਰ ਨੂੰ ਅਸੀਂ ਅਪਣਾਈਏ। ਕਿਉਂਕਿ ਜੇ ਆਪਾਂ ਵੈਸਟਰਨ ਕਲਚਰ ਵੱਲ ਜਾਈ ਜਾਵਾਂਗੇ ਤਾਂ ਆਪਣੇ ਕਲਚਰ ਸਾਰਾ ਭੁੱਲ ਜਾਵਾਂਗੇ। ਤੇ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ, ਆਪਣੇ ਕਲਚਰ ਨਾਲ, ਆਪਣੇ ਲੋਕ ਗੀਤਾਂ ਨਾਲ, ਲੋਕ ਗਾਥਾਵਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ। ਔਰ ਰਿਕਾਰਡ ਇਹੀ ਗੀਤ ਕਰਨੇ ਚਾਹੀਦੇ ਨੇ ਜਿਹੜੇ ਕਿ ਵਧੀਆ ਗੀਤ ਗਾਓ, ਜਿਹੜੇ ਕਿ ਸਾਰੇ ਆਪਾਂ ਭੈਣ ਭਰਾਵਾਂ ਵਿੱਚ ਬਹਿ ਕੇ ਸੁਣ ਸਕੀਏ। ਸਾਡੀ ਭੈਣ ਵੀ ਸੁਣੇ, ਸਾਡੀ ਮਾਂ ਵੀ ਸੁਣੇ। ਇਹ ਨਾ ਹੋਏ ਵੀ ਜੇ ਸਾਡੇ ਘਰ ਦੇ ਮੈਂਬਰ ਵੀ ਨਾ ਸੁਣਨ ਤੇ ਫਿਰ ਲੋਕਾਂ ਨੇ ਤਾਂ ਫਿਰ ਕਹਿਣਾ ਹੀ ਆ ਸਾਨੂੰ। ਸੋ ਅੱਜ ਤੁਸੀਂ ਦੋਵੇਂ ਇੱਥੇ ਆਏ ਹੋ, ਅੱਜ ਸਾਨੂੰ ਮਿਲਿਓ, ਤਾਂ ਗੀਤ ਸੁਣਾਉਣਾ ਤੇ ਬਣਦਾ ਇੱਕ ਦੋਵੇਂ ਇਕੱਠੇ। ਕੀ ਦੇ ਨੀ ਤੁਲ ਕਹਾਂ ਮੈਂ, ਚੰਦ ਜਾਂ ਫੁੱਲ ਕਹਾਂ ਮੈਂ, ਕੀ ਦੇ ਨੀ ਤੁਲ ਕਹਾਂ ਮੈਂ, ਚੰਦ ਜਾਂ ਫੁੱਲ ਕਹਾਂ ਮੈਂ, ਉਹਨਾਂ ਤੋਂ ਸੋਹਣੀ ਤੂੰ ਅੱਖੀਆਂ ਨੂੰ ਰੱਜ ਲੈਣ ਦੇ, ਪਾਸੇ ਨਾ ਕਰ ਲਈ ਮੂੰਹ ਅੱਖੀਆਂ ਨੂੰ ਰੱਜ ਲੈਣ ਦੇ। ਤੂੰ ਵੇ ਮੇਰੇ ਦਿਲ ਦਾ ਦਰਦੀ, ਜਿੱਦਾਂ ਵੇ ਤੇਰੀ ਮਰਜ਼ੀ, ਤੂੰ ਵੇ ਮੇਰੇ ਦਿਲ ਦਾ ਦਰਦੀ, ਜਿੱਦਾਂ ਵੇ ਤੇਰੀ ਮਰਜ਼ੀ। ਉਹ ਗੱਲ ਜਰ ਲਾ ਮੈਂ ਮਾਇਆ ਜੇ ਭਰੇ ਹੁੰਗਾਰਾ, ਸੀਨੇ ਸਿਰ ਧਰ ਲਾ ਮੈਂ ਮਾਇਆ ਜੇ ਭਰੇ ਹੁੰਗਾਰਾ, ਸੀਨੇ ਸਿਰ ਧਰ ਲਾ ਮੈਂ ਮਾਇਆ ਜੇ ਭਰੇ ਹੁੰਗਾਰਾ। ਬਹੁਤ ਸ਼ੁਕਰੀਆ ਜੀ, ਬਹੁਤ ਸੋਹਣਾ ਗਾਇਆ। ਕੀ ਨਾਮ ਹੈ ਤੁਹਾਡਾ? ਮੈਮ ਮੇਰਾ ਨਾਮ ਹਰਮਨ ਗਿੱਲ ਆ। ਕਿੱਥੋਂ ਆਏ ਹੋ? ਮੈਂ ਸ਼ਹਿਰ ਬਟਾਲੇ ਦਾ ਰਹਿਣ ਵਾਲਾ ਜੀ, ਡਿਸਟ੍ਰਿਕਟ ਗੁਰਦਾਸਪੁਰ ਦਾ। ਤੇ ਕਿੱਥੋਂ ਸੁਣਿਆ ਸੀ ਕਿ ਗਾਉਂਦਾ ਪੰਜਾਬ ਆ ਰਿਹਾ ਤੇ ਮੈਂ ਆਡੀਸ਼ਨ ਦੇਣ ਜਾਣਾ? ਮੈਮ ਮੈਨੂੰ ਇੰਸਟਾਗ੍ਰਾਮ ਤੋਂ ਮਿਲੇ ਸੀ ਪੋਸਟਰ, ਤੇ ਉਹਦੇ ਫਿਰ ਮੈਮ ਨੂੰ ਮੈਂ ਕਾਲ ਕੀਤੀ ਤੇ ਬੁਲਾਇਆ ਉਹਨਾਂ ਨੇ। ਓਕੇ, ਤਾਂ ਕਿਵੇਂ ਦਾ ਲੱਗਾ ਗਾਉਂਦਾ ਪੰਜਾਬ ਦਾ ਕਨਸੈਪਟ ਜਿਹੜਾ? ਬਹੁਤ ਵਧੀਆ ਲੱਗਾ ਮੈਡਮ, ਤੇ ਕੋਸ਼ਿਸ਼ ਆ ਪੂਰੀ ਕਿ ਵਧੀਆ ਗਾਈਏ, ਵਧੀਆ ਪਰਫਾਰਮੈਂਸ ਕਰੀਏ, ਅੱਗੇ ਤੱਕ ਜਾਈਏ, ਆਪਣੇ ਘਰਦਿਆਂ ਦਾ ਨਾਮ, ਆਪਣੇ ਸ਼ਹਿਰ ਦਾ ਨਾਮ ਉੱਚਾ ਕਰੀਏ। ਮੈਮ ਗਾਉਂਦੇ ਹੋ ਜਾਂ ਲਿਖਦੇ ਵੀ ਹੋ? ਮੈਮ ਮੈਂ ਗਾਉਂਦਾ ਵਾਂ ਤੇ ਥੋੜ੍ਹਾ ਬਹੁਤਾ ਲਿਖ ਵੀ ਲੈਂਦਾ। ਆਪਣਾ ਲਿਖਿਆ ਹੋਇਆ ਕੁਝ ਹੈਗਾ ਤੁਹਾਡੇ ਕੋਲ? ਹਾਂਜੀ ਮੈਮ। ਕੁਝ ਸੁਣਾ ਦਿਓ ਫਿਰ। ਠੀਕ ਹੈ ਮੈਮ, ਮੈਂ ਆਪਣਾ ਲਿਖਿਆ ਸੁਣਾਉਣਾ ਇੱਕ। ਤੈਨੂੰ ਪਤਾ ਲੱਗੂ ਪੀੜ ਕੀ ਹੁੰਦੀ, ਜਦੋਂ ਤੇਰਾ ਦਿਲ ਟੁੱਟਣਾ। ਤੈਨੂੰ ਪਤਾ ਲੱਗੂ ਬਾੜ ਕੀ ਹੁੰਦੀ, ਜਦੋਂ ਹੰਝੂਆਂ ਨੇ ਨਹੀਂ ਰੁਕਣਾ। ਆਪ ਗਹਿਰਾਂ ਨਾਲ ਲਾ ਕੇ, ਹੈ ਗਹਿਰਾਂ ਨਾਲ ਲਾ ਕੇ, ਸਾਨੂੰ ਕਰਮ ਖੋਲ ਗਈ ਹੈ। ਤੂੰ ਕਾਦਾ ਮੈਨੂੰ ਛੱਡਿਆ ਨੀ, ਮੇਰੀ ਜ਼ਿੰਦਗੀ ਰੋਲ ਗਈ। ਤੂੰ ਕਾਦਾ ਮੈਨੂੰ ਛੱਡਿਆ ਨੀ, ਮੇਰੀ ਜ਼ਿੰਦਗੀ ਰੋਲ ਗਈ।
हाँ जिंदगी रोल गई ਬਹੁਤ ਸਾਰਾ ਕਦੋਂ ਤੋਂ ਗਾ ਰਹੇ ਹੋ? ਮੈਂ ਮੈਮ ਐਕਚੁਅਲੀ ਬਚਪਨ ਤੋਂ ਗਾ ਰਿਹਾ ਸਿੱਖਣਾ ਮੈਂ ਸ਼ੁਰੂ ਕੀਤਾ ਸੀ ਮੈਮ 8 ਕਲਾਸ ਤੋਂ। ਤੇ ਘਰਦਿਆਂ ਵੱਲੋਂ ਪੂਰੀ ਸਪੋਰਟ ਹੈ? ਪੂਰੀ ਮੈਮ ਪੂਰੀ। ਮੇਰੇ ਫਾਦਰ ਸਾਹਿਬ ਗਾਉਂਦੇ ਰਹੇ ਪਹਿਲਾਂ ਤੇ ਉਹਨਾਂ ਦਾ ਹੀ ਖੂਨ ਬੋਲਦਾ ਸੀ। ਉਹਨਾਂ ਤੋਂ ਹੀ ਸਿੱਖਿਆ? ਨਹੀਂ, ਮੈਂ ਸਿੱਖਿਆ ਮੇਰੇ ਆਪਣੇ ਗੁਰੂ ਜੀ ਆ, ਉਹ ਚਲੋ ਇੰਨਾ ਅੱਗੇ ਨਹੀਂ ਜਾ ਸਕੇ, ਬਟ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਇੱਕ ਵਧੀਆ ਪਲੇਟਫਾਰਮ ਤੇ ਜਾਵਾਂ। ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਇੱਥੇ ਆ ਕੇ, ਕਨਸੈਪਟ ਵੇਖ ਕੇ ਬਹੁਤ ਵਧੀਆ ਲੱਗਾ ਤੇ ਪੂਰੀ ਉਮੀਦ ਆ ਕਿ ਮੈਂ ਅੱਗੇ ਤੱਕ ਜਾਵਾਂਗਾ ਜੀ। ਗੋਡ ਬlesਸ ਯੂ। ਤੁਸੀਂ ਜਾਓ। ਥੈਂਕ ਯੂ ਸੋ ਮਚ। ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਏ ਹੋ? ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ, ਸਾਰੇ ਇੱਥੇ ਜਿਹੜੇ ਅੱਜ ਕਨਸੈਪਟ ਲੱਗਾ ਉਹਦੇ ਸਾਰੀ ਪਾਰਟੀ ਨੂੰ ਮੈਂ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ ਜੀ। ਔਰ ਮੇਰਾ ਨਾਮ ਜੀ ਮੇਰਾ ਨਾਮ ਹੈਪੀ ਆ, ਹੈਪੀ ਚਮਕੀਲਾ, ਔਰ ਮੇਰੇ ਉਸਤਾਦ ਜੀ ਸ਼੍ਰੀ ਅਮਰ ਸਿੰਘ ਚਮਕੀਲਾ ਜੀ। ਤੇ ਉਹਨਾਂ ਦੇ ਹੀ ਨਕਸ਼ੇ ਕਦਮ ਦੇ ਉੱਤੇ ਮੈਂ ਗਾਉਣਾ ਸਿੱਖ ਕੇ ਤੇ ਇੱਥੋਂ ਤੱਕ ਅੱਜ ਪਹੁੰਚਿਆ। ਔਰ ਅੱਜ ਅਸੀਂ ਆਪਣੇ 4 ਨਵੇਂ ਗੀਤ ਹੋਰ ਲੈ ਕੇ ਆਏ ਹਾਂ ਇੱਥੇ, ਇਹਨਾਂ ਦੀ ਮਤਲਬ ਹਾਜ਼ਰੀ ਵਿੱਚ ਦਵਾਂਗੇ ਗੀਤ, ਦੇਖਾਂਗੇ ਗੀਤ ਕਿਸ ਤਰ੍ਹਾਂ ਦੇ ਲੱਗਦੇ ਇਹਨਾਂ ਨੂੰ। ਤੇ JLPL ਗਾਉਂਦਾ ਪੰਜਾਬ ਦੇ ਅਸੀਂ ਬਹੁਤ ਥੈਂਕਸ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਐਡਾ ਵੱਡਾ ਉਪਰਾਲਾ ਕੀਤਾ ਕਿ ਜਿਹੜਾ ਕਿ ਛੋਟੇ ਸਿੰਗਰਾਂ ਨੂੰ ਵੀ ਗਾਉਣ ਦਾ ਮੌਕਾ ਮਿਲਦਾ। ਕਿਉਂਕਿ ਇੱਕ ਵੱਡਾ ਸਿੰਗਰ ਜਿਹੜਾ ਬੰਦਾ ਬਣ ਜਾਂਦਾ ਵਾ, ਉਹਦੀ ਅੱਖ ਦੇ ਵਿੱਚ ਉਹੋ ਜੀ ਚਮਕ ਦਮਕ ਨਹੀਂ ਰਹਿ ਜਾਂਦੀ ਕਿ ਜਿਹੜੀ ਉਹ ਛੋਟੇ ਬੱਚਿਆਂ ਨੂੰ ਵੀ ਨਾਲ ਐਕਸਪੋਰਟ ਕਰੇ ਜਾਂ ਉਹਨਾਂ ਨੂੰ ਨਾਲ ਸਟੇਜ ਦੇ ਉੱਤੇ ਚੜ੍ਹਨ ਵਾਸਤੇ ਕਵੇ। ਕਿਉਂਕਿ ਮੈਂ ਸਟੇਜ ਤੇ 8-8 9-9 ਘੰਟੇ ਵੇਟ ਕਰਕੇ ਫਿਰ ਸਟੇਜਾਂ ਦੇ ਉੱਤੇ ਚੜ੍ਹਿਆ। ਔਰ ਮਹਾਰਾਜ ਦੀ ਬੜੀ ਕਿਰਪਾ ਵਾ, ਜਦੋਂ ਮੈਂ ਅਮਰ ਸਿੰਘ ਚਮਕੀਲਾ ਜੀ ਦਾ ਨਾਮ ਲੈ ਕੇ ਆਪਣੇ ਵੱਲੋਂ ਉਹਨਾਂ ਨੂੰ ਕਹਿਣਾ ਕਿ ਮੈਂ ਉਹਨਾਂ ਦਾ ਸ਼ਾਗਿਰਦ ਹਾਂ, ਤੇ ਫਿਰ ਤਾਂ ਜੀ ਇੱਕ ਉੱਥੇ ਯੋਧੀ ਹੋ ਜਾਂਦਾ ਵਾ, ਹਾਂ ਵੀ ਚਮਕੀਲਾ ਜੀ ਦੇ ਸ਼ਾਗਿਰਦ ਕੋਈ ਉਹਨਾਂ ਦੀ ਹੀ ਚੀਜ਼ ਗਾਉਣਗੇ ਤੇ ਅਸੀਂ ਉਹਨਾਂ ਦੇ ਹੀ ਗੀਤ ਗਾਣੇ ਜਿੱਥੇ ਵੀ ਮੈਂ ਜਾਵਾਂ। ਹੁਣ ਮੇਰੇ ਨਵੇਂ ਆਪਣੇ ਵੀ ਗੀਤ ਆਉਣੇ ਸ਼ੁਰੂ ਹੋ ਗਏ। ਥੈਂਕਸ ਕਰਦਾ ਉਸ ਪਰਮਾਤਮਾ ਵਾਹਿਗੁਰੂ ਜੀ ਦਾ। ਕੀ ਲੱਗਦਾ ਜਿਸ ਤਰ੍ਹਾਂ ਹੁਣੇ ਕਿਹਾ ਕਿ ਮੈਨੂੰ ਵੇਟ ਕਰਨੀ ਪੈਂਦੀ ਸੀ ਸਟੇਜ ਤੇ, ਹੈ ਨਾ? ਤਾਂ ਕਈ ਮਤਲਬ ਪਲੇਟਫਾਰਮ ਇਦਾਂ ਦੇ ਹੁੰਦੇ ਆ ਕਿ ਤੁਹਾਨੂੰ ਨਹੀਂ ਮੌਕਾ ਮਿਲਦਾ ਅੱਗੇ ਜਾਣ ਦਾ, ਪਰ ਕੀ ਲੱਗਦਾ ਕਿ ਗਾਉਂਦਾ ਪੰਜਾਬ ਮੌਕਾ ਦੇ ਰਿਹਾ ਉਹਨਾਂ ਨੂੰ? ਦੇਖੋ, ਜਿਹੜੀ ਸਾਡਾ ਕਰਮ ਹੈ ਕਿ ਅਸੀਂ ਕਰਮ ਕਰਨਾ ਸੀ, ਮਿਹਨਤ ਕਰਨੀ ਹੈ ਹਨਾ। ਅੱਗੇ ਤਾਂ ਫਲ ਫੁੱਲ ਲਾਉਣਾ ਤੇ ਉਸ ਮਹਾਰਾਜ ਦਾ ਕੰਮ ਹੈ ਹਨਾ, ਉਹਨੇ ਲਾਉਣਾ। ਹੁਣ ਕਈ ਵਾਰੀ ਸਾਡੇ ਇਹੋ ਜਿਹੇ ਕਲਾਕਾਰਾਂ ਦੇ ਨਾਲ ਪੇਚੇ ਪੈ ਜਾਂਦੇ ਨੇ, ਪਰ ਸਾਡੇ ਬਾਰੇ ਫਿਰ ਉਹ ਬੋਲਦੇ ਵੀ ਹੈ। ਜਿਵੇਂ ਹੁਣ ਮੈਂ ਜਸ ਬਾਜਵਾ ਭਾਜੀ ਦੇ ਨਾਲ ਵੀ ਪਰਫਾਰਮ ਕੀਤੀ, ਉਹਨਾਂ ਨੇ ਬਾਂਹ ਫੜ ਕੇ ਗਾਂ ਖਿੱਚਦੇ, ਐਡੇ ਵਧੀਆ ਬੰਦੇ ਵੀ ਹੈਗੇ ਆ। ਗਰਲੇਜ ਅਖਤਰ ਮੈਡਮ ਆ, ਉਹਨਾਂ ਨੇ ਵੀ ਕਿਹਾ, ਕਹਿੰਦੇ ਉਹ ਲੋਕ ਕਹਿੰਦੇ ਕਿ ਬੰਦਾ ਸਟਾਰ ਬਣ ਗਿਆ। ਸਟਾਰ ਬਣਦਾ ਹੈ ਜਿਹੜਾ ਇੱਕ ਪਰਦੇ ਦੇ ਪਿੱਛੇ, ਕਿ ਸਾਡੀ 7-7 ਘੰਟੇ ਦੀ ਮਿਹਨਤ ਹੁੰਦੀ ਆ। ਤੇ ਇਹ ਮਿਹਨਤ ਹੁੰਦੀ ਆ ਕਿ 7 ਘੰਟੇ ਕਿਸੇ ਸਟੇਜ ਉੱਤੇ ਚੜ੍ਹ ਕੇ ਵੇਟ ਕਰਨੀ, ਹਾਂ ਵੀ ਮੈਨੂੰ ਗਾਉਣ ਦਾ ਮੌਕਾ ਮਿਲੇਗਾ। ਮੈਂ ਥੈਂਕਸ ਕਰਦਾ ਉਹਨਾਂ ਵੱਡਿਆਂ ਸਿੰਗਰਾਂ ਦਾ, ਜਿਹੜੇ ਵੀ ਜਿਸ ਤਰ੍ਹਾਂ ਬਹੁਤ ਸਿੰਗਰਾਂ ਦੇ ਨਾਲ ਮੈਂ ਮਤਲਬ ਸਟੇਜਾਂ ਤੇ ਵੇਟ ਕੀਤੀ ਆ। ਔਰ ਕਈਆਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਅੱਗੇ ਵੀ ਲਿਆਂਦਾ। ਕਈ ਵਾਰੀ ਮਤਲਬ ਸਾਡੇ ਕੋਲ ਪੈਸੇ ਨਹੀਂ ਹੁੰਦੇ ਉੱਥੇ ਜਾਣ ਜੋਗੇ, ਲੇਕਿਨ ਅੱਗੇ ਜਾ ਕੇ ਮੈਂ ਕੋਈ ਗੀਤ ਮੇਰੇ ਮੂੰਹ ਇਹੋ ਜਿਹਾ ਨਿਕਲ ਜਾਂਦਾ ਕਿ ਉੱਥੇ ਨੋਟਾਂ ਦਾ ਢੇਰ ਲੱਗ ਜਾਂਦਾ। ਕਈ ਵਾਰੀ ਫਿਰ ਮੈਂ ਖੁਦ ਵੀ ਭਾਵੁਕ ਹੋ ਜਾਂਦਾ ਕਿ ਯਾਰ ਇਹ ਕੀ ਮਹਾਰਾਜ ਤੇਰੇ ਕੰਮ ਆ। ਸੋ ਅੱਜ ਮੈਂ ਇਸੇ ਹੀ ਉਮੀਦ ਨਾਲ ਇੱਥੇ ਪਹੁੰਚਾਂ ਕਿ ਚਲੋ ਮੈਂ ਇੱਥੇ ਆਡੀਸ਼ਨ ਦੇਵਾਂ। ਤੁਸੀਂ ਅਮਰ ਚਮਕੀਲਾ ਜੀ ਨੂੰ ਆਪਣਾ ਗੁਰੂ ਮੰਨਦੇ ਹੋ, ਤਾਂ ਇੱਕ ਗਾਣਾ ਹੋ ਜਾਏ। ਹਾਂਜੀ, ਮੈਂ ਤੁਹਾਨੂੰ ਉਹਨਾਂ ਦਾ ਲੋਕ ਤੱਥ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹੀ ਸੁਣਾ ਦੇਣਾ, ਬਈ ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ, ਆਂਢ ਤੇ ਗਵਾਂਢ ਦੇ ਵਿੱਚ ਕਦੇ ਨਾ ਲੜੀਏ। ਠੀਕ ਹੈ ਜੀ। ਹੋ ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ, ਆਂਢ ਤੇ ਗਵਾਂਢ 'ਚ ਕਦੇ ਨਾ ਲੜੀਏ। ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ, ਆਂਢ ਤੇ ਗਵਾਂਢ 'ਚ ਕਦੇ ਨਾ ਲੜੀਏ। ਵੈਰੀ ਕਰ ਜਾ ਕੇ ਵੀ ਕਦੇ ਨਹੀਂ ਖਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ। ਉਹ ਕੰਨਿਆ ਕਵਾਰੀ ਨੂੰ ਨਹੀਂ ਗਾਲ ਕੱਢੀ ਦੀ, ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ। ਉਹ ਕੰਨਿਆ ਕਵਾਰੀ ਨੂੰ ਨਹੀਂ ਗਾਲ ਕੱਢੀ ਦੀ, ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ। ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ। JLPL ਗਾਉਂਦਾ ਪੰਜਾਬ ਦੇ ਅੰਮ੍ਰਿਤਸਰ ਆਡੀਸ਼ਨਸ ਅੱਜ ਜੱਜਸ ਜਿਹੜੇ ਪਹੁੰਚੇ ਨੇ, ਪਹਿਲਾਂ ਤੇ ਇੰਟਰਨੈਸ਼ਨਲ ਸਿੰਗਰ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਜੀ ਨੇ, ਤੇ ਸਾਡੇ ਨਾਲ ਨੇ ਸਨੀ ਪੱਖੋਗੇ ਜੀ। ਸੋ ਸਰ, ਅੱਜ ਅੰਮ੍ਰਿਤਸਰ ਪਹੁੰਚ ਚੁੱਕੇ ਆ, ਕੀ ਲੱਗਦਾ ਕਿੱਦਾਂ ਦਾ ਮਾਹੌਲ ਰਹੇਗਾ ਅੱਜ ਅੰਮ੍ਰਿਤਸਰ ਵਾਲੇ? ਅਨਮਿਊਟ ਚੈਨਲ ਦੇ ਰਾਹੀਂ ਜਿੰਨੇ ਵੀ ਦੇਖਣਗੇ ਦੇਖ ਰਹੇ ਨੇ, ਔਰ ਵਧੀਆ ਗੱਲ ਹੈ ਕਿ ਅੱਜ ਅੰਮ੍ਰਿਤਸਰ ਅਸੀਂ ਪਹੁੰਚ ਗਏ ਆ ਸਾਰੇ ਹੀ ਜੱਜਿਸ ਕਰਨ ਵਾਸਤੇ। ਜਿੱਦਾਂ ਜਲੰਧਰ ਬਹੁਤ ਰੌਣਕਾਂ ਸੀਗੀਆਂ, ਆਸ ਹੈ ਕਿ ਅੱਜ ਜੀ ਸ਼ੁਰੂਆਤ ਹੋਈ ਹੈ, ਸਾਰੇ ਆਉਂਦੇ ਜਾਂਦੇ ਰਹਿਣਗੇ। ਕੰਪੀਟੀਸ਼ਨ ਸ਼ੁਰੂ ਹੋ ਗਿਆ ਜਿਹੜਾ JLPL ਗਾਉਂਦਾ ਪੰਜਾਬ ਦੇ ਵਿੱਚ ਅਸੀਂ ਅੱਜ ਕੋਸ਼ਿਸ਼ ਕਰਾਂਗੇ ਜੱਜਮੈਂਟ ਕਰਨ ਵਾਸਤੇ। ਔਰ ਅੱਜ ਇੱਥੇ ਖੁਸ਼ੀ ਹੈ ਕਿਉਂਕਿ ਇੱਥੇ ਭਾਵੇਂ ਜੱਜਮੈਂਟ ਨਾ ਵੀ ਹੋਵੇ, ਕੋਈ ਕੰਮ ਨਾ ਵੀ ਹੋਵੇ, ਜਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਆ ਜਾਂਦੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ 'ਚ ਆ ਜਾਈਦਾ, ਤਾਂ ਉਦੋਂ ਇੱਥੇ ਖੁਸ਼ੀ ਮਿਲਦੀ ਹੈ। ਕਿਉਂਕਿ ਇੱਥੇ ਤੇ ਬਹੁਤ ਵੱਡੀ ਗੱਲ ਹੈ ਕਿ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ। ਹੋਰ ਇਹ ਅੰਮ੍ਰਿਤਸਰ ਧਰਤੀ ਜਿਹੜੀ ਹੈ
ਮੈਂ ਉਸ ਦਿਨ ਵੀ ਦੱਸਿਆ ਸੀ ਕਿ ਇੱਕ ਲਾਗੇ ਕੋਟਲਾ ਮੁਹੰਮਦ ਪਿੰਡ ਹੈ, ਕੋਟਲਾ ਮੁਹੰਮਦ ਰਫੀ ਸਾਹਿਬ, ਪੂਰਨ ਚੰਦ ਗੁਰੂ ਕੀ ਵਡਾਲੀ ਵਾਲੇ, ਗੁਰਮੀਤ ਬਾਵਾ ਜੀ, ਬਹੁਤ ਸੀਨੀਅਰ ਤੋਂ ਸੀਨੀਅਰ ਹੋਰ ਕਲਾਕਾਰ ਇੱਥੇ, ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਤੇ ਪੂਰਾ ਵਧੀਆ ਤਰੀਕੇ ਨਾਲ ਅਸੀਂ ਇੱਥੇ ਇਹ ਅੱਜ ਜੱਜ ਕਰਾਂਗੇ ਕਿਉਂਕਿ ਬਹੁਤ ਸਰੀਲੇ ਫਨਕਾਰ ਨੇ ਇੱਥੋਂ ਦੇ, ਜਿੱਥੇ ਇਸ ਅੰਮ੍ਰਿਤਸਰ ਦੀ ਧਰਤੀ ਤੋਂ ਸੁਖਵਿੰਦਰ ਬੱਬਲੂ ਉੱਠ ਕੇ ਗਿਆ ਤੇ ਕਪਲ ਵੱਡਾ ਨਾਂ ਆ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਜ ਜੱਜਮੈਂਟ ਕਰਨ ਵਾਸਤੇ ਜਿਹੜੀ ਇਨਸਾਫ ਦੀ ਕੁਰਸੀ 'ਤੇ ਬਹਿ ਕੇ ਪੂਰਾ ਨਿਆਂ ਕਰਾਂਗੇ। ਤਾਂ ਸਨੀ ਜੀ, ਅੱਜ ਤੁਸੀਂ ਦਲਵਿੰਦਰ ਸਰ ਦੇ ਨਾਲ ਜੱਜ ਕਰਨ ਜਾ ਰਹੇ ਹੋ ਉੱਭਰ ਦੇ ਟੈਲੈਂਟ ਨੂੰ, ਕਿਵੇਂ ਦਾ ਲੱਗ ਰਿਹਾ? ਵੇਖੋ ਇਹ ਮਹਾਨ ਸਿੰਗਰ ਨੇ, ਸਾਡੇ ਫੋਕ ਸਿੰਗਰ ਨੇ, ਤੇ ਵੇਖੋ ਜਿਵੇਂ ਇਹਨਾਂ ਨੇ ਦੱਸਿਆ ਕਿ ਮਾਝੇ ਦਾ ਜਿਹੜਾ ਕੋਈ ਵੀ ਸ਼ਖਸ ਹੈ, ਹਰੇਕ ਕਲਾਕਾਰ ਹੀ ਹੈ ਬੰਦਾ, ਚਾਹੇ ਉਹ ਕੋਈ ਕਾਮੇਡੀ ਦੀ ਗੱਲ ਕਰ ਲਓ, ਚਾਹੇ ਤੁਸੀਂ ਸਿੰਗਿੰਗ ਦੀ ਗੱਲ ਕਰ ਲਓ। ਸੋ ਮਾਝੇ ਦੀ ਧਰਤੀ ਨੂੰ ਵਾਰਿਆ ਕਿ ਇਹਨਾਂ ਨੇ ਕਦੀ ਜੋੜਿਆ ਨਹੀਂ, ਬਸ ਇੰਜੋਏ ਕੀਤਾ ਸਾਰੀ ਜ਼ਿੰਦਗੀ, ਤੇ ਇਸ ਕਰਕੇ ਅਸੀਂ ਵੀ ਅੱਜ ਇੰਜੋਏ ਕਰਨ ਆਏ ਹਾਂ, ਜੱਜਮੈਂਟ ਵੀ ਕਰਾਂਗੇ, ਨਾਲ ਤੁਹਾਡਾ ਸ਼ੋਅ ਐਂਟਰਟੇਨਮੈਂਟ ਪੂਰਾ, ਹਾਂ ਐਂਟਰਟੇਨਮੈਂਟ ਵੀ ਕਰਾਂਗੇ ਕਿਉਂਕਿ ਬਦਾਮ ਖਾਦਿਆਂ ਜੇ ਕਿਸੇ ਨੂੰ ਅਕਲ ਆਉਂਦੀ, ਅਮਨ ਜੀ ਬਦਾਮ ਖਾਦਿਆਂ ਜੇ ਕਿਸੇ ਨੂੰ ਅਕਲ ਆਉਂਦੀ ਤੇ ਇੱਥੇ ਹਰ ਕੋਈ ਅਕਲਮੰਦ ਹੁੰਦਾ। ਸੁਰਖੀ ਪਾਊਡਰ ਲਾ ਕੇ ਜੇ ਰੂਪ ਨਿਖਰ ਜਾਂਦਾ ਤੇ ਇੱਥੇ ਜਣਾ ਖਾਣਾ ਚੌਧਵੀਂ ਦਾ ਚੰਦ ਹੁੰਦਾ। ਦਿਆਲਪੁਰੀ ਮੰਜ਼ਲਾਂ ਉਹੀ ਪਾਉਂਦੇ ਨੇ ਜਿਨ੍ਹਾਂ ਦਾ 24 ਘੰਟੇ ਹੌਸਲਾ ਬੁਲੰਦ ਹੁੰਦਾ। ਇਹ ਜਿਹੜੇ ਬੱਚੇ ਆਏ ਨੇ, ਬੱਚੀਆਂ ਆਈਆਂ ਨੇ, ਇਹਨਾਂ ਦੇ ਹੌਸਲੇ ਬੁਲੰਦ ਹੈ ਕਿਉਂਕਿ ਇਹਨਾਂ ਦੇ ਜਿੱਥੇ ਹੌਸਲੇ ਬੁਲੰਦ ਹੈ ਉੱਥੇ ਇਹਨਾਂ ਦੇ ਪੇਰੈਂਟਸ ਦੇ ਉਹਨਾਂ ਵਾਸਤੇ ਸਦਕੇ ਜਿਨ੍ਹਾਂ ਨੇ ਇੱਡੀ ਦੂਰ ਭੇਜੇ ਹੈ। ਇੱਥੇ ਅੰਮ੍ਰਿਤਸਰ ਦੇ ਵਿੱਚ ਅੱਜ ਬਟਾਲਾ ਆਇਆ, ਗੁਰਦਾਸਪੁਰ ਆਇਆ, ਤਰਨਤਾਰਨ ਆਇਆ, ਪੱਟੀ ਆਇਆ, ਕੈਰੋਂ ਆਇਆ, ਰਾਜਾ ਸੰਸੀ ਆਇਆ, ਅਜਨਾਲਾ ਆਇਆ, ਐਂਡ ਜੰਡਿਆਲਾ ਆਇਆ, ਰਈਆ ਆਇਆ, ਬਿਆਸ ਆਇਆ। ਇਹ ਸਾਰੇ ਸ਼ਹਿਰ ਆਏ ਨੇ, ਸਾਰੇ ਪਿੰਡ ਆਏ ਨੇ, ਸਾਰੇ ਜਿਹੜੇ ਕਲਾਕਾਰ ਕੱਲ੍ਹ ਨੂੰ ਜਿਹਨਾਂ ਨੇ ਵੱਡੇ ਵੱਡੇ ਨਾਮਣਾ ਖੱਟਣਾ ਹੈ ਉਹ ਸ਼ਾਇਦ ਇੱਥੋਂ ਹੀ ਨਿਕਲਣਗੇ। ਤਾਂ ਮੈਂ ਚਾਹੁੰਦੀ ਹਾਂ ਕਿ ਹੁਣ ਤੁਸੀਂ ਜੱਜਮੈਂਟ ਲਈ ਜਾਣ ਤੋਂ ਪਹਿਲਾਂ ਕੁਝ ਸੁਣਾ ਦਿਓ ਸਾਨੂੰ ਥੋੜਾ ਜਿਹਾ। ਹਾਂ, ਮੈਂ ਮੇਰਾ ਵਾਰਿਸ ਦੀ ਕੋਈ ਇੱਕ ਸ਼ੇਅਰ ਸੁਣਾਉਂਗਾ ਕਿ ਵਾਰਿਸ ਕਹਿੰਦਾ ਕਿ ਬਹੁਤ ਇੱਕ ਮਿੰਟ ਮੈਂ ਅਮਨ ਜੀ ਇਹ ਆਪ ਨਹੀਂ ਦੱਸ ਰਹੇ ਕਿਉਂਕਿ ਮੈਂ ਜਦੋਂ ਯੂਨੀਵਰਸਿਟੀ ਜੱਜਮੈਂਟ ਤੇ ਜਾਂਦਾ ਨਾ, ਇਹ ਉੱਥੇ ਹੋਸਟ ਹੁੰਦੇ ਨੇ ਗੁਰੂ ਨਾਨਕ ਯੂਨੀਵਰਸਿਟੀ ਤੇ ਨਾ, ਤੇ ਉੱਥੇ ਮੈਨੂੰ ਇਹ ਵਧੀਆ ਲੱਗਾ। ਤੇ ਅੱਜ ਜਰਨੈਲ ਘੁਮਾਨ ਸਾਹਿਬ ਔਰ ਮਹਿਤਾਬ ਭਾਜੀ ਹੋਣੀ, ਸਾਨੀ ਸਾਹਿਬ ਹੋਣੀ, ਖਾਸ ਕਰਕੇ JLPL ਦੀ ਗਾਉਂਦਾ ਪੰਜਾਬ ਦੀ ਜਿਹੜੀ ਡਿਊਟੀ ਉਹਨਾਂ ਨੇ ਮੇਰੀ ਡਿਊਟੀ ਲਾਈ ਹੈ ਕਿ ਜੱਜਮੈਂਟ ਦੇ ਸੋ ਪੂਰੇ ਪੰਜਾਬ ਵਾਸਤੇ। ਤੇ ਮੈਂ ਕੋਸ਼ਿਸ਼ ਕਰਦਾ ਕਿ ਜਿੱਦਾਂ ਬਠਿੰਡੇ ਮੈਂ ਬਠਿੰਡੇ ਤੋਂ ਲਾਵਾਂ, ਅੰਮ੍ਰਿਤਸਰ ਤੋਂ ਲਾਵਾਂ, ਜਲੰਧਰ ਤੋਂ ਲਾਵਾਂ, ਘੜੂੰਆਂ ਯੂਨੀਵਰਸਿਟੀ ਚੰਡੀਗੜ੍ਹ ਹੋਣਾ, ਚੰਡੀਗੜ੍ਹੋਂ ਮੋਹਾਲੀ ਲਾਵਾਂ, ਰੋਪੜ ਤੋਂ ਲਾਵਾਂ। ਪਰ ਇਹ ਬਹੁਤ ਵਧੀਆ ਜਿਹੜੇ ਪੋਇਟ ਨੇ, ਹੀਰ ਵਾਰਿਸ ਸ਼ਾਹ, ਬਹੁਤ ਸਾਰੀਆਂ ਕਿਤਾਬਾਂ ਦੱਸੋ ਕਿਹੜੀਆਂ ਕਿਹੜੀਆਂ? ਹਾਂਜੀ, ਆਪਣੀਆਂ ਕਾਫੀ ਕਿਤਾਬਾਂ ਆ ਚੁੱਕੀਆਂ ਜੀ, ਆਪਣੀਆਂ ਸੰਪਾਦਕ ਕੀਤੀਆਂ, ਜਿਹਦੇ ਵਿੱਚ ਸਬਰ ਜਿਹੜੀ ਬੈਸਟ ਸੈਲਿੰਗ ਬਣ ਗਈ ਹੈ ਇਸ ਟਾਈਮ ਕਿਤਾਬ, ਬੰਦਾ ਮਰ ਵੀ ਸਕਦਾ ਹੈ, ਉਹ ਟ੍ਰੈਂਡਿੰਗ 'ਚ ਚੱਲ ਰਹੀ ਹੈ। ਉਹ ਸੁਣਾਓ, ਬੰਦਾ ਮਰ ਵੀ ਸਕਦਾ। ਹਾਂ, ਉਹਦੇ ਵਿੱਚ ਸ਼ੇਅਰ ਸੀਗਾ ਕਿ ਜਦੋਂ ਮੈਨੂੰ ਤੱਕਦਾ ਏ ਕਸਮੇ ਸਾਵਾਂ ਡੱਕਦਾ ਏ, ਝੂਠਾ ਸੱਚਾ ਹੋਣ ਲਈ ਮੇਰੀਆਂ ਕਸਮਾਂ ਚੱਕਦਾ ਏ, ਜੱਗ ਤੇ ਜਿੰਨਾ ਰੌਲਾ ਏ, ਰੌਲਾ ਸਾਰਾ ਨੱਕਦਾ ਏ, ਅਚਨਚੇਤ ਨਾ ਆਇਆ ਕਰ, ਬੰਦਾ ਮਰ ਵੀ ਸਕਦਾ ਹੈ। ਔਰ ਆਪਣੀ ਇੱਕ ਕਾਫੀ ਸ਼ਾਇਰੀ ਵਾਇਰਲ ਹੋਈ ਸੀ, ਮੇਬੀ ਤੁਸੀਂ ਵੀ ਸੁਣੀ ਹੋਵੇ, ਇੱਕ ਅੱਧਾ ਮਰ ਜਾਣੇ ਜ਼ੁਲਫਾਂ ਨੂੰ ਬੰਨ ਲਾ। ਉਹਦੇ ਤੇ ਘੱਟੋ ਘੱਟ 20-30 ਹਜ਼ਾਰ ਤੇ ਇੰਸਟਾਗ੍ਰਾਮ ਲੋਕਾਂ ਨੇ ਰੀਲਸ ਬਣਾਈਆਂ ਸੀ। ਸੋ ਦਿਆਲਪੁਰੀ ਭਾਈ ਦਾ ਆਸ਼ੀਰਵਾਦ ਹੈ, ਸਾਡੇ ਨਾਲ ਪਿਆਰ ਹੈ, ਸਾਡੇ ਬਹੁਤ ਸੀਨੀਅਰ ਨੇ, ਬਹੁਤ ਮੁਹੱਬਤ ਦਿੰਦੇ ਨੇ। ਸੋ ਇਹਨਾਂ ਨੂੰ ਕਦੀ ਵੀ ਨਾ ਨਹੀਂ, ਇਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਜੱਜਮੈਂਟ ਤੇ ਪਹੁੰਚਣਾ, ਤੇ ਆਪਾਂ ਆ ਗਏ। ਸਾਨੂੰ ਇੱਕ ਵਾਰੀ ਉਹ ਵੀ ਸੁਣਾ ਦਿਓ। ਜ਼ੁਲਫਾਂ ਚੱਕਵਾਂ ਦਾ ਸੂਟ ਪਾਇਆ ਖੁੱਲੇ ਛੱਡੇ ਵਾਲਿਆ, ਕੈਮਰਾ ਚੱਕਵਾਂ ਦਾ ਸੂਟ ਪਾਇਆ ਖੁੱਲੇ ਛੱਡੇ ਵਾਲਿਆ, ਕੀ ਦੱਸਾਂ ਹੋਇਆ ਮੇਰਾ ਕਿੰਨਾ ਬੁਰਾ ਹਾਲ ਆ, ਵਾਸਤਾ ਹੀ ਰੱਬ ਦਾ ਗੱਲ ਮੇਰੀ ਮੰਨ ਲਾ, ਵਾਸਤਾ ਹੀ ਰੱਬ ਦਾ ਗੱਲ ਮੇਰੀ ਮੰਨ ਲਾ, ਇੱਕ ਅੱਧਾ ਮਰ ਜਾਣਾ ਹੀ ਜ਼ੁਲਫਾਂ ਨੂੰ ਬੰਨ ਲਾ। ਬਹੁਤ ਵਧੀਆ, ਬਹੁਤ ਵਧੀਆ। ਅਮਨ ਜੀ ਮੈਂ ਅਨਮਿਊਟ ਚੈਨਲ ਰਾਹੀਂ ਦੱਸ ਰਿਹਾ ਕਿ ਬੜੇ ਮੈਂ ਖੋਜੀ ਬੰਦੇ ਲਿਆਂਦੇ ਆ ਅੱਜ ਵੀ, ਤੇ ਕੋਸ਼ਿਸ਼ ਹੈ ਕਿ ਸ਼ਾਮ ਤੱਕ ਅਸੀਂ ਪੂਰਾ ਅਨਿਆਂ ਕਰ ਸਕਾਂਗੇ। ਤੇ ਕਿਉਂਕਿ ਕਹਿੰਦੇ ਨੇ ਬਈ ਜਿਹੜੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਬਹੁਤ ਵਾਰੀ ਖੁਦ ਬਹੁਤ ਵਾਰੀ ਹਾਰਿਆ, ਹਾਰਨ ਤੋਂ ਬਾਅਦ ਫਿਰ ਮੈਨੂੰ ਜਿੱਤ ਪ੍ਰਾਪਤ ਹੋਈ ਹੈ। ਜਿੰਨੇ ਆਏ ਨੇ ਉਹਨਾਂ ਨੂੰ ਆਲ ਦ ਬੈਸਟ, ਗੁੱਡ ਲੱਕ, ਚੱਕ ਦਿਓ, ਲਿਆ ਦਿਓ ਨੇਰੀਆਂ। JLPL ਗਾਉਂਦਾ ਪੰਜਾਬ ਦੇ ਅੰਮ੍ਰਿਤਸਰ ਆਡੀਸ਼ਨਸ ਇਸ ਵਕਤ ਅਸੀਂ ਖੜੇ ਹਾਂ। ਤਾਂ ਗਾਉਂਦਾ ਪੰਜਾਬ 'ਚ ਉੱਭਰਦੇ ਕਲਾਕਾਰ ਜਿੱਥੇ ਆ ਰਹੇ ਨੇ, ਉੱਥੇ ਹੀ ਅੱਜ ਸਾਡੇ ਨਾਲ ਪ੍ਰਿੰਸੀਪਲ ਵੀ ਨੇ, ਜਿਹੜੇ ਪ੍ਰਿੰਸੀਪਲ ਰਹੇ ਨੇ, ਹੈ ਨਾ। ਸੋ ਮੈਮ, ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਅੱਜ ਇੱਥੇ ਆਏ ਹੋ ਗਾਉਂਦਾ ਪੰਜਾਬ 'ਚ, ਤਾਂ ਜਿਹੜਾ ਉਪਰਾਲਾ ਲੈ ਕੇ ਆਏ ਨੇ ਕਿ ਉੱਭਰਦੇ ਕਲਾਕਾਰ ਪਿੰਡ 'ਚੋਂ ਕਲਾਕਾਰ ਲੈ ਕੇ ਅਸੀਂ ਇੱਕ ਪਲੇਟਫਾਰਮ ਦੇਣਾ ਉਹਨਾਂ ਨੂੰ, ਤਾਂ ਆਪਣੇ ਬਾਰੇ ਵੀ ਦੱਸੋ ਤੇ ਥੋੜਾ ਇਸ ਬਾਰੇ ਵੀ ਦੱਸੋ।
ਜੀ ਮੈਨੂੰ ਆਪਣੇ ਕਾਲਜ ਟਾਈਮ ਸਕੂਲ ਟਾਈਮ ਗਾਉਣ ਦਾ ਬਹੁਤ ਸ਼ੌਕ ਸੀ ਪਰ ਮੈਨੂੰ ਮੌਕਾ ਨਹੀਂ ਮਿਲਿਆ ਉਸ ਟਾਈਮ। ਜਸਟ ਆਈ ਵਾਜ਼ ਏ ਫਰੈਂਡ, ਆਪਣੇ ਫਰੈਂਡ ਸਰਕਲ 'ਚ ਮੈਂ ਸਿੰਗਿੰਗ ਕਰਦੀ ਸੀ ਜਾਂ ਕਿਸੇ ਆਪਣੀ ਪਾਰਟੀ 'ਚ, ਤੇ ਅੱਜ ਮੈਨੂੰ ਬਾਈ ਚਾਂਸ ਮੌਕਾ ਮਿਲਿਆ ਕਿ ਤੁਹਾਡੇ ਸਾਰਿਆਂ ਨਾਲ ਮਿਲਣ ਦਾ, ਤੇ ਆਈ ਐਮ ਵੈਰੀ ਹੈਪੀ ਐਂਡ ਇਟਸ ਓਪਰਚੁਨਿਟੀ ਫॉर ਮੀ। ਤੇ ਮੈਂ ਸਾਰਿਆਂ ਨੂੰ ਮਿਲਣਾ ਚਾਹਾਂਗੀ, ਤੁਹਾਡਾ ਪ੍ਰੋਗਰਾਮ ਵੇਖਣਾ ਚਾਹਾਂਗੀ, ਬਿਕੋਜ਼ ਸਿੰਗਿੰਗ ਜਿਹੜੀ ਹੈਗੀ ਹੈ ਇੱਕ ਰੱਬ ਦਾ ਰੂਪ ਆ। ਤੇ ਮੈਂ ਚਾਹੁੰਦੀ ਹਾਂ ਕਿ ਮੈਂ ਇੱਥੇ ਜਿੰਨੇ ਵੀ ਕਲਾਕਾਰ ਨੇ ਉਹਨਾਂ ਦੇ ਵਿੱਚ ਮੈਂ ਉਸ ਪਰਮਾਤਮਾ ਨੂੰ ਵੇਖ ਸਕਾਂ, ਉਹਨਾਂ ਦੀ ਆਵਾਜ਼ ਦੇ ਵਿੱਚ ਮੈਂ ਉਸ ਪਰਮਾਤਮਾ ਨੂੰ ਵੇਖ ਸਕਾਂ। ਤੇ ਮੈਂ ਰਿਟਾਇਰਡ ਇੱਕ ਪ੍ਰਿੰਸੀਪਲ ਹਾਂ, ਤੇ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਤੁਸੀਂ ਇੱਕ ਨਵੇਂ ਵਾਲੇ ਸਟੂਡੈਂਟਸ ਨੂੰ ਜਾਂ ਨਵੇਂ ਉੱਭਰਦੇ ਹੋਏ ਕਲਾਕਾਰਾਂ ਨੂੰ ਮੌਕਾ ਦਿੱਤਾ, ਤੇ ਮੈਂ ਚਾਹੁੰਦੀ ਹਾਂ ਕਿ ਕਈ ਵਾਰ ਉਹ ਕਲਾਕਾਰ ਜਿਹੜੇ ਕਿ ਆਪਣਾ ਸਮੇਂ ਨੂੰ ਵਿਹਾ ਲੈਂਦੇ ਨੇ, ਜਿਨ੍ਹਾਂ ਦੇ ਕੋਲ ਟਾਈਮ ਨਹੀਂ ਮਿਲਦਾ, ਉਹ ਇੱਕ ਇੱਛਾ ਰਹਿ ਜਾਂਦੀ ਉਹਨਾਂ ਦੀ ਮਨ 'ਚ, ਉਹਨਾਂ ਨੂੰ ਵੀ ਕਦੀ ਮੌਕਾ ਦੇਣਾ ਚਾਹੀਦਾ ਤੁਹਾਨੂੰ। ਹਾਂਜੀ। ਸੋ ਮੈਮ ਲੇਖਕ ਨੇ, ਸੋ ਇਸ ਵਾਰ ਗਾਉਂਦਾ ਪੰਜਾਬ 'ਚ ਸਿਰਫ ਗਾਇਕ ਹੀ ਨਹੀਂ, ਲੇਖਕ ਤੇ ਮਿਊਜ਼ਿਕ ਕੰਪੋਜ਼ਰ ਵੀ ਆ ਰਹੇ ਨੇ, ਸੋ ਇਸ ਬਾਰੇ ਕੀ ਕਹੋ? ਮੈਡਮ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਤੇ ਘਰੇ ਬੈਠ ਕੇ ਲਿਖਦੀ ਹਾਂ, ਤੇ ਮੇਰੀਆਂ 29 ਬੁੱਕਸ ਮੇਰੀਆਂ ਪਬਲਿਸ਼ ਹੋ ਚੁੱਕੀਆਂ ਨੇ, ਨਾਵਲਸ, ਸਟੋਰੀਜ਼, ਪੋਇਟਰੀ, ਸਫ਼ਰਨਾਮਾਜ਼ ਤੇ ਆਟੋਬਾਇਓਗ੍ਰਾਫੀ ਘੜੇ ਦੀ ਮੱਛੀ, ਜਿਹੜੀ ਕਿ ਕੋਈ ਕਿਤਾਬ ਨਹੀਂ ਰਹੀ, ਸਭ ਵਿਕ ਗਈ ਸੀ ਉਸ ਵੇਲੇ। ਤੇ ਬੈਠਿਆਂ ਮੈਨੂੰ ਮੈਸੇਜ ਆਇਆ, ਤੇ ਮੈਂ ਕਿਹਾ ਚੱਲ ਆਪਾਂ ਚੱਲ ਕੇ ਦੇਖਦੇ ਹਾਂ ਥੋੜ੍ਹਾ, ਕਿਉਂਕਿ ਮੈਂ ਗੀਤ ਬਹੁਤ ਲਿਖਦੀ ਹਾਂ, ਤੇ ਇਹ ਮੇਰੀ ਫਰੈਂਡ ਹੈਗੀ ਹੈ ਹਰਕੇਸ਼, ਇਹ ਗਾਉਂਦੀ ਆ ਤਕਰੀਬਨ ਸਾਰੇ ਫੰਕਸ਼ਨਸ ਤੇ ਸਾਰੇ। ਇਹ ਬੜੀ ਮਸ਼ਹੂਰ ਸਿੰਗਰ ਹੈ ਸਾਡੇ ਬਟਾਲੇ ਦੀ, ਤੇ ਸਾਡੀ ਕਾਲਜ ਲਾਈਫ ਤੋਂ ਹੀ ਅਸੀਂ ਕੋਈ 40-50 ਕੁੜੀਆਂ ਵਾਂ ਜਿਹੜੀਆਂ ਇਕੱਠੀਆਂ ਬੈਠ ਕੇ ਫੰਕਸ਼ਨ ਕਰ ਲਿਆ, ਗਾਣੇ ਸੁਣ ਲਏ, ਤੇ ਮੇਰੇ ਗਾਣੇ ਬਹੁਤ ਗਾਉਂਦੀ ਆ। ਤੇ ਮੈਨੂੰ ਗਾਉਣ ਦਾ ਸ਼ੌਕ ਸੀ, ਪਰ ਘਰਦਿਆਂ ਨੇ ਕਿਹਾ ਸੀ ਇਹ ਮਨਾਹੀ ਆ, ਲਿਖਣ ਤੋਂ ਵੀ ਰੋਕਦੇ ਸੀ, ਪਰ ਉਹ ਅੰਦਰ ਕੋਈ ਪਤਾ ਨਹੀਂ ਕੀ ਚੀਜ਼ ਸੀ ਜਿਹੜੀ ਕਿ ਸਭ ਦੇ ਰੋਕਣ ਤੇ ਵੀ ਨਹੀਂ ਰੁਕੀ। ਤੇ ਇੱਕ ਤੋਂ ਲੈ ਕੇ ਹੁਣ 29 30 ਤਕਰੀਬਨ 2-3 ਕਿਤਾਬਾਂ ਹੋਰ ਨੇ ਛਪ ਚੁੱਕੀਆਂ ਨੇ। ਔਰ ਕਾਲਜ ਦੇ ਵਿੱਚ ਇੰਟਰ ਕਾਲਜ ਪੋਲੀਟੀਕਲ ਰੈਸੀਟੇਸ਼ਨ 'ਚ ਮੈਂ ਹਮੇਸ਼ਾ ਫਸਟ ਪ੍ਰਾਈਜ਼ ਲੈ ਕੇ ਆਉਂਦੀ ਸੀ। ਮੀਸ਼ਾ ਸਾਹਿਬ ਤੋਂ ਮੈਂ ਪ੍ਰਾਈਜ਼ ਲਿਆ, ਵੱਡੇ ਰਾਈਟਰਸ ਤੋਂ, ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤੇ ਇਸ ਏਜ ਵਿੱਚ ਆ ਕੇ ਵੀ ਇੱਥੇ ਆਉਣਾ, ਮੈਂ ਫਖਰ ਮਹਿਸੂਸ ਕਰਦੀ ਹਾਂ ਕਿ ਮੈਨੂੰ ਚੰਗਾ ਲੱਗ ਰਿਹਾ ਹੈ। ਬਹੁਤ ਵਧੀਆ। ਸੋ ਮੈਮ ਤੁਸੀਂ ਗਾਉਂਦੇ ਹੋ, ਸਾਨੂੰ ਕੁਝ ਦਲੇਰੀ ਦੀ ਗੱਲ ਇਹਨੇ ਨਾ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਹੋ ਕੇ ਵੀ ਆਪਣੇ ਆਪ ਨੂੰ ਕੁੜੀਆਂ ਕਿਹਾ ਸੀਗੀ। ਹਾਂਜੀ, ਕੁੜੀਆਂ ਵਾਂ ਅਸੀਂ। ਹਾਂਜੀ। ਸੋ ਮੈਮ ਚਾਹੁੰਦੀ ਹਾਂ ਕਿ ਤੁਸੀਂ ਕੁਝ ਸੁਣਾ ਦਿਓ ਸਾਨੂੰ। 1-2 ਲਾਈਨਾਂ ਸੁਣਾਵਾਂਗੀ ਤੁਹਾਨੂੰ। ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਵੇ, ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ, ਚੀਰੇ ਵਾਲਿਆ ਵੇਖਦਾ ਆਈ ਵੇ, ਮੇਰਾ ਲੌਂਗ ਗਵਾਚਾ ਨਿਗਾ ਮਾਰਦਾ ਆਈ ਵੇ, ਮੇਰਾ ਲੌਂਗ ਗਵਾਚਾ। ਬਹੁਤ ਸੋਹਣਾ। ਸੋ ਇੱਕ ਚੀਜ਼ ਤੁਸੀਂ ਕਹੀ ਸੀਗੀ ਕਿ ਮੈਨੂੰ ਗਾਉਣ ਨਹੀਂ ਦਿੱਤਾ ਮੇਰੇ ਘਰਦਿਆਂ ਨੇ, ਹੈ ਨਾ, ਤਾਂ ਕੀ ਕਹਿਣਾ ਚਾਹੋਗੇ ਕਿ ਜਿੰਨਾ ਚਾਹੇ ਲੜਕੀਆਂ ਹੋਣ ਜਾਂ ਲੜਕੇ ਹੋਣ, ਕੋਈ ਵੀ ਬੱਚਾ ਹੋਵੇ ਜਿਨ੍ਹਾਂ ਨੂੰ ਰੋਕਦੇ ਨੇ ਜਾਂ ਕਹਿ ਦਿੰਦੇ ਨੇ ਤੁਸੀਂ ਇਸ ਵਕਤ ਪੜ੍ਹਾਈ 'ਚ ਧਿਆਨ ਦਿਓ ਜਾਂ ਇਹਨੂੰ ਛੱਡ ਦਿਓ, ਤਾਂ ਉਸ ਟੈਲੈਂਟ ਨੂੰ ਅੱਗੇ ਲਿਆਉਣ ਲਈ ਕੀ ਕਹੋਗੇ ਉਹਨਾਂ ਮਾਪਿਆਂ ਨੂੰ? ਫਰੀਡਮ ਮਿਲਣੀ ਚਾਹੀਦੀ ਆ। ਮੈਂ ਆਪਣੇ ਬੱਚਿਆਂ ਨੂੰ ਬਹੁਤ ਫਰੀਡਮ ਦਿੱਤੀ ਆ, ਉਹਨਾਂ ਨੂੰ ਹਰ ਟੈਲੈਂਟ ਉਹਨਾਂ ਦਾ ਉਜਾਗਰ ਕੀਤਾ ਆ। ਤੇ ਮੈਂ ਖੁਦ ਵੀ ਪੇਂਟਿੰਗ ਵੀ ਕਰਦੀ ਹਾਂ, ਸਿੰਗਿੰਗ ਵੀ ਮੈਂ ਕਰਦੀ ਸੀ, ਪਰ ਕਮਰੇ ਦੇ ਵਿੱਚ ਬਾਹਰ ਮੈਨੂੰ ਅਲਾਉਡ ਨਹੀਂ ਸੀ ਹੈਗਾ। ਤੇ ਫਿਰ ਲਿਖਣ ਦਾ ਤੇ ਫਿਰ ਬਹੁਤ ਜ਼ਿਆਦਾ ਜ਼ੋਰ ਹੋ ਗਿਆ ਨਾ ਕਿ ਲਿਖਣਾ ਹੀ ਲਿਖਣਾ ਆ। ਤੇ ਬੱਚੇ ਬੜੇ ਮੇਰੇ ਜ਼ਹੀਨ ਨੇ, ਆਪਣੇ ਮਰਜ਼ੀ ਦੇ ਨਾਲ, ਉਹਨਾਂ ਨੂੰ ਕਦੀ ਕੋਈ ਰੋਕ ਟੋਕ ਨਹੀਂ ਕੀਤੀ, ਕਿਉਂਕਿ ਮੈਂ ਉਹ ਚੀਜ਼ ਹੰਡਾਈ ਆ। ਮੈਂ ਨਹੀਂ ਚਾਹੁੰਦੀ ਕਿ ਬੱਚਿਆਂ ਦੇ ਉੱਤੇ ਬੰਦਸ਼ ਲਾਈ ਜਾਵੇ। ਸਾਡੇ ਜ਼ਮਾਨੇ 'ਚ ਬੰਦਸ਼ ਬਹੁਤ ਜ਼ਿਆਦਾ, ਲੜਕੀਆਂ ਨੂੰ ਅੰਦਰ ਪਾਉਂਦੇ ਸੀਗੇ ਵੀ ਬਸ ਬਾਹਰ ਨਹੀਂ ਨਿਕਲਣਾ। ਅੱਜ ਮੇਰੀਆਂ ਬੇਟੀਆਂ, ਮੇਰੀਆਂ ਨੂੰਹਾਂ, ਮੇਰੀਆਂ ਧੀਆਂ ਸਭ ਅੱਛੇ ਸਟੇਟਸ ਦੇ ਨਾਲ ਰਹਿ ਰਹੀਆਂ ਨੇ, ਫਰੀਡਮ ਹੈ। ਤੇ ਮੈਂ ਖੁਦ ਵੀ ਆਪਣੇ ਆਪ ਨੂੰ ਔਰਤ ਨਹੀਂ, ਮੈਂ ਮਰਦ ਹੀ ਸਮਝਦੀ ਹਾਂ। ਇੱਥੋਂ ਤੱਕ ਮੇਰਾ ਆਪਣਾ ਖਿਆਲ ਹੈ। ਸੋ ਮੇਰਾ ਆਖਰੀ ਸਵਾਲ ਕਿ ਗਾਇਕੀ ਤੁਸੀਂ ਗਾਉਂਦੇ ਹੋ, ਤਾਂ ਗਾਇਕੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਰੱਬ ਮੰਨਦੇ ਹੋਵੋਗੇ। ਸੋ ਕੀ ਕਹਿਣਾ ਚਾਹੋਗੇ ਜਿਹੜਾ ਨਵਾਂ ਟੈਲੈਂਟ ਅੱਜ ਆ ਰਿਹਾ ਹੈ? ਜਿਹੜਾ ਨਵਾਂ ਟੈਲੈਂਟ ਆ ਰਿਹਾ, ਮੈਂ ਕਹਿੰਦੀ ਹਾਂ ਬੱਚਿਆਂ ਨੂੰ ਫਰੀਡਮ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਟੈਲੈਂਟ ਸ਼ੁੱਡ ਬੀ ਪ੍ਰਮੋਟਡ, ਤੇ ਉਹਨਾਂ ਨੂੰ ਉਸ ਚੀਜ਼ ਨੂੰ ਅੰਦਰ ਨਹੀਂ ਰੱਖਣਾ ਚਾਹੀਦਾ। ਕਿਉਂਕਿ ਅਸੀਂ ਹੁਣ ਜਿਵੇਂ ਪਛਤਾਉਂਦੇ ਹਾਂ, ਸਾਨੂੰ ਕਾਲਜ ਦੇ ਵਿੱਚ
ਅਸੀਂ ਬੜੇ ਬੜੇ ਪ੍ਰਾਈਜ਼ ਲਏ ਹੋਏ ਆ, ਅਸੀਂ ਇੰਟਰ ਸਟੇਟ ਫੈਸਟੀਵਲਸ ਵਿੱਚੋਂ ਵਿਨ ਕੀਤਾ ਹੋਇਆ। ਲੇਕਿਨ ਸਾਨੂੰ ਸਾਡੇ ਪੇਰੈਂਟਸ ਨੇ ਜਸਟ ਬਿਕੋਜ਼ ਵੀ ਵਰ ਗਰਲਸ ਤੇ ਸਾਨੂੰ ਉਹਨਾਂ ਨੇ ਕਦੀ ਬਹੁਤਾ ਜ਼ਿਆਦਾ ਕਿਸੇ ਸਪੈਸ਼ਲ ਪਲੇਟਫਾਰਮ ਤੇ ਨਹੀਂ ਜਾਣ ਦਿੱਤਾ। ਇਸ ਕਰਕੇ ਮੈਂ ਚਾਹੁੰਦੀ ਆ ਕਿ ਬੱਚਿਆਂ ਨੂੰ ਥੋੜਾ ਐਕਸਪੋਜ਼ ਕਰਨਾ ਚਾਹੀਦਾ ਆ ਤੇ ਉਹ ਇੱਕ ਚੀਜ਼ ਜਿਹੜੀ ਸਾਨੂੰ ਨਾਲ ਹੀ ਲੈ ਕੇ ਨਹੀਂ ਮਰ ਜਾਣੀ ਚਾਹੀਦੀ, ਕਿਉਂਕਿ ਉਹ ਚੀਜ਼ ਜਿਹੜੀ ਆ ਇੱਕ ਚੰਗੀ ਚੀਜ਼ ਜਿਹੜੀ ਆ ਹਵਾ ਦੇ ਵਿੱਚ ਉਹਦੀ ਵਾਈਬ੍ਰੇਸ਼ਨ ਆਉਣੀ ਚਾਹੀਦੀ ਆ, ਖਿਲਰਨੀ ਚਾਹੀਦੀ ਆ। ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਕਿ ਤੁਸੀਂ ਉਹਨਾਂ ਲਈ ਇੱਕ ਇਨਸਪੀਰੇਸ਼ਨ ਹੋ ਜਿਹੜੇ ਕਹਿ ਰੁਕ ਜਾਂਦੇ ਨੇ ਪਰ ਤੁਸੀਂ ਰੁਕੇ ਨਹੀਂ। ਮੈਂ ਨਹੀਂ ਰੁਕੀ, ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਨਾ ਤੈਅ ਕਰ ਲਿਆ। ਆਪਣੇ ਜਿਹੜੇ ਏਮ ਸੀ ਨਾ ਕਿ ਮੈਂ ਜੋ ਮੇਰੇ ਅੰਦਰ ਸੀਗਾ ਉਹ ਮੈਂ ਬਾਹਰ ਕੱਢ ਕੇ ਦਿਖਾ ਦਿੱਤਾ ਦੁਨੀਆ ਨੂੰ ਕਿ ਮੈਂ ਕੀ ਹਾਂ ਤੇ ਮੈਂ ਕਿਵੇਂ ਜੀਨੀ ਹਾਂ। ਮੈਂ ਸਮਾਜ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਦੇਖ ਸਕਦੀ, ਮੈਂ ਕਿਸੇ ਦੇ ਨਾਲ ਬਦਸਲੂਕੀ ਨਹੀਂ ਦੇ ਸਕਦੀ, ਮੈਨੂੰ ਕੋਈ ਕ੍ਰਾਈਮ ਨਹੀਂ ਪਸੰਦ ਹੈਗਾ। ਮੈਨੂੰ ਬੱਚੇ ਬਹੁਤ ਪਸੰਦ ਕਰਦੇ ਨੇ, ਮੇਰੇ ਬੱਚੇ ਮੇਰੇ ਸਟੂਡੈਂਟਸ ਮੈਨੂੰ ਬਹੁਤ ਪਿਆਰ ਕਰਦੇ ਨੇ। ਸਕੂਲ ਦੇ ਵਿੱਚ ਵੀ ਮੈਂ ਉਹਨਾਂ ਦੀ ਬਹੁਤ ਚਹੇਤੀ ਟੀਚਰ ਸੀਗੀ ਤੇ ਹੁਣ ਵੀ ਮੈਨੂੰ ਪੰਜਾਬ ਕੀ ਸਾਰੀ ਦੁਨੀਆ ਦੇ ਜਿਹੜੇ ਲੋਕ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਮੈਂ ਬੜੀ ਮਾਣਮੱਤੀ ਆ ਕਿ ਮੈਨੂੰ ਇੰਨਾ ਪਿਆਰ ਮਿਲਿਆ ਹੈ। ਬਹੁਤ ਸ਼ੁਕਰੀਆ ਮੈਮ, ਬਹੁਤ ਸ਼ੁਕਰੀਆ। ਸੋ ਜਿਵੇਂ ਕਿ ਅਸੀਂ ਹੁਣੇ ਮੈਮ ਨਾਲ ਗੱਲ ਕੀਤੀ ਤਾਂ ਹੁਣ ਮਹਿਤਾਬ ਸਰ ਨਾਲ ਗੱਲ ਕਰਦੇ ਆ ਕਿ JLPL ਗਾਉਂਦਾ ਪੰਜਾਬ 'ਚ ਦੋਵੇਂ ਜਨਰੇਸ਼ਨਸ ਆ ਰਹੀਆਂ ਨੇ, ਚਾਹੇ ਉਹ ਬੱਚੇ ਹੋਣ ਜਾਂ ਇਸ ਏਜ ਦੇ ਲੋਕ ਹੋਣ। ਤਾਂ ਸਰ ਪਹਿਲਾਂ ਤਾਂ ਕਿਹੋ ਜਿਹਾ ਲੱਗ ਰਿਹਾ ਕਿ ਤੁਸੀਂ ਲੈ ਕੇ ਆਏ ਹੋ ਤੇ ਬੱਚਿਆਂ ਤੋਂ ਲੈ ਕੇ ਇਸ ਏਜ ਦੀ ਜਨਰੇਸ਼ਨ ਪਸੰਦ ਕਰ ਰਹੀ ਹੈ ਤੇ ਇੱਥੇ ਪਹੁੰਚ ਰਹੀ ਹੈ? ਨਹੀਂ, ਜੇ ਆਈ ਜਸਟ ਵਾਂਟ ਟੂ ਸੇ ਜੇ ਦੋਨੇ ਜਨਰੇਸ਼ਨਸ ਹੈ ਨਾ, ਸਾਰੀਆਂ ਜਨਰੇਸ਼ਨਸ ਨੂੰ ਵਧੀਆ ਲੱਗ ਰਿਹਾ ਹੈ ਦੈਟ ਮੀਨਸ ਵੀ ਡੂਇੰਗ ਸਮਥਿੰਗ ਰਾਈਟ ਓਬਵੀਅਸਲੀ ਹੈ ਨਾ। ਤੇ ਜਿਹੜੇ ਮੈਮ ਆਏ ਨੇ, ਮੈਮ ਨੇ ਬੰਦਿਸ਼ ਦੀ ਗੱਲ ਕੀਤੀ ਹੈ। ਸੋ ਐਜ਼ JL ਪ੍ਰੋਡਕਸ਼ਨਸ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਕਿ ਨੋ ਰਜਿਸਟ੍ਰੇਸ਼ਨ ਫੀਸ, ਕਿਉਂਕਿ ਬੰਦਿਸ਼ 'ਚ ਮੋਨੀਟਰੀ ਐਕਸਪੈਂਸ ਵੀ ਆ ਜਾਂਦਾ ਹੈ ਨਾ, ਤੇ ਉਹ ਆਪਾਂ ਵੀ ਟੇਕਿੰਗ ਇਟ ਔਨ ਆਵਰਸੈਲਵਸ ਕਿ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ ਰਾਈਟ। ਸੋ ਅਸੀਂ ਜਿੰਨਾ ਕੁ ਹੈਲਪ ਕਰ ਸਕਦੇ ਹਾਂ ਫॉर ਦ ਕਮਿੰਗ ਜਨਰੇਸ਼ਨਸ ਐਂਡ ਦ ਜਨਰੇਸ਼ਨ ਰਾਈਟ ਨਾਓ ਉਹਨਾਂ ਕਰਨਾ ਚਾਹੁੰਦੇ ਹਾਂ। ਐਂਡ ਆਈ ਐਮ ਗਲੈਡ ਕਿ ਮੈਮ ਆਏ ਨੇ, ਮੈਮ ਨੇ ਹੈ ਨਾ ਦੇਰ ਗਿਵਿੰਗ ਦੇਰ ਗਾਈਡੈਂਸ ਟੂ ਅਸ। ਆਈ ਐਮ ਥੈਂਕਫੁਲ ਟੂ ਮੈਮ। ਅੱਜ ਅੰਮ੍ਰਿਤਸਰ ਪਹੁੰਚ ਕੇ ਆਡੀਸ਼ਨਸ ਤੇ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਵਾਲਿਆਂ ਨੂੰ ਕਿ ਪਹੁੰਚ ਰਹੇ ਨੇ ਇੱਥੇ ਲਗਾਤਾਰ? ਮੈਂ ਇਹੀ ਕਹਿਣਾ ਚਾਹੁੰਦਾ, ਪਹੁੰਚੋ ਤੇ ਗਾਓ ਹੈ ਨਾ, ਸ਼ੋਕੇਸ ਆਫ ਦੇ ਟੈਲੈਂਟਸ ਤੇ ਸਿਲੈਕਟ ਹੋ ਛੇਤੀ ਛੇਤੀ, ਅਸੀਂ ਅੱਗੇ ਮੋਹਾਲੀ ਲੈ ਕੇ ਚੱਲੀਏ ਤੁਹਾਨੂੰ। ਦੈਟਸ ਇਟ। ਹਾਂ, ਨਾਲੇ ਸਾਡੇ ਕੋਲ ਵਿਨਿੰਗ ਪ੍ਰਾਈਜ਼ ਵੀ ਹੈਗਾ, ਅਸੀਂ ਦੇਣ ਨੂੰ ਹੀ ਫਿਰਦੇ ਹਾਂ, ਲੈ ਜਾਓ ਹੈ ਨਾ। ਸੋ ਸਰ ਜਿਵੇਂ ਮੇਰਾ ਸਵਾਲ ਮਹਿਤਾਬ ਸਰ ਨੂੰ ਸੀ, ਤੁਹਾਨੂੰ ਵੀ ਉਹੀ ਸੇਮ ਹੈ ਕਿ ਹਰ ਇੱਕ ਏਜ ਦੇ ਜਿਹੜੇ ਕੰਟੈਸਟੈਂਟ ਜਾਂ ਕਹਿ ਲਈਏ ਕਿ ਲੋਕ ਇੱਥੇ ਪਹੁੰਚ ਰਹੇ ਨੇ, ਉਸ ਬਾਰੇ ਕੀ ਕਹੋ? ਦੇਖੋ ਉਹ ਤਾਂ ਇੱਕ ਉਤਸ਼ਾਹ ਹੈਗਾ, ਮਤਲਬ ਗਾਉਂਦਾ ਪੰਜਾਬ ਨੂੰ ਲੈ ਕੇ। ਗਾਉਂਦਾ ਪੰਜਾਬ ਜਿਵੇਂ ਮਹਿਤਾਬ ਜੀ ਨੇ ਕਿਹਾ ਕਿ ਵੀ ਇੱਕ ਇਹਦਾ ਮਤਲਬ ਅਸੀਂ ਰਾਈਟ ਵੇ ਤੇ ਹੈਗੇ। ਵੱਡੀ ਗੱਲ ਜਿਹੜੀ ਕਿ ਹਮੇਸ਼ਾ ਮੈਂ ਤੇ ਮਹਿਤਾਬ ਜੀ ਡਿਸਕਸ ਕਰਦੇ ਹਾਂ, ਮਹਿਤਾਬ ਦਾ ਹਮੇਸ਼ਾ ਹੀ ਹੁੰਦਾ ਕਿ ਅੰਕਲ ਆਪਾਂ ਨੇ ਜਿਹੜੀ ਜਨਰੇਸ਼ਨ ਨਵੀਂ ਹੈਗੀ ਹੈ, ਨਵੀਂ ਜਨਰੇਸ਼ਨ ਦੇ ਵਿੱਚ ਫੀਮੇਲ ਜਿਹੜੇ ਬੱਚੇ ਸ਼ੌਂਕ ਰੱਖਦੇ ਨੇ, ਆਪਾਂ ਉਹਨਾਂ ਨੂੰ ਜ਼ਿਆਦਾ ਉਤਸ਼ਾਹਿਤ ਕਰਨਾ ਹੈ, ਕਿਉਂਕਿ ਉਹਨਾਂ ਦੇ ਉੱਤੇ ਪਹਿਲਾਂ ਬਹੁਤ ਕੁਝ ਜਿਵੇਂ ਮੈਂ ਕਿਹਾ ਕਿ ਬੰਦਿਸ਼ਾਂ ਰਹੀਆਂ ਨੇ, ਕਿਉਂਕਿ ਟੈਲੈਂਟ ਜਿਹੜਾ ਹੈਗਾ ਬੱਚਾ 'ਚ ਫੀਮੇਲ 'ਚ ਵੀ ਹੈਗਾ, ਮੇਲ 'ਚ ਵੀ ਹੈਗਾ, ਬਟ ਫੀਮੇਲਜ਼ ਵਾਸਤੇ ਹਮੇਸ਼ਾ ਹੀ ਪੋਜ਼ਿਟਿਵ ਸੋਚ ਰਹੀ ਹੈ ਮਹਿਤਾਬ ਦੀ ਕਿ ਅੰਕਲ ਆਪਾਂ ਸਹੀ ਤਰੀਕੇ ਨਾਲ ਫੀਮੇਲਜ਼ ਨੂੰ ਵੀ ਦੇਖਣਾ। ਆਪਾਂ ਇਹ ਨਹੀਂ ਹੈਗਾ ਕਿ ਵੀ ਆਪਾਂ ਇਕੱਲਾ ਮੇਲਜ਼ ਵਾਲੇ ਪਾਸੇ ਧਿਆਨ ਦੇਣਾ, ਆਪਾਂ ਨੂੰ ਟੈਲੈਂਟ ਚਾਹੀਦਾ। ਜੇ ਫੀਮੇਲ ਦੇ ਵਿੱਚ ਟੈਲੈਂਟ ਸਹੀ ਲੱਗ ਰਿਹਾ, ਫੀਮੇਲ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ, ਕਿਉਂਕਿ ਸਾਡੇ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਵੀ ਅਸੀਂ ਕਹੀਏ ਵੀ ਉਹ ਉੱਤੇ, ਮੈਂ ਤਾਂ ਕਹੂੰਗਾ ਜਿਵੇਂ ਮੈਮ ਨੇ ਕਿਹਾ ਕਿ ਪੇਰੈਂਟਸ ਜਿਹੜੇ ਹੈਗੇ ਉਹ ਬਿਲਕੁਲ ਬਿਨਾਂ ਕਿਸੇ ਚਿੰਤਾ ਤੋਂ, ਬਿਨਾਂ ਕਿਸੇ ਸੋਚ ਤੋਂ, ਹੋਰ ਤਰ੍ਹਾਂ ਦੀ ਗੱਲ ਸੋਚੇ ਬਿਨਾਂ ਗਾਉਂਦਾ ਪੰਜਾਬ ਦਾ ਹਿੱਸਾ ਬਣਾਉਣ ਆਪਣੇ ਬੱਚਿਆਂ ਨੂੰ, ਚਾਹੇ ਉਹ ਬੱਚਾ ਫੀਮੇਲ ਹੈ ਮੇਲ ਹੈ। ਪੇਰੈਂਟਸ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਗਾਉਂਦਾ ਪੰਜਾਬ ਪਲੇਟਫਾਰਮ JLPL ਗਾਉਂਦਾ ਪੰਜਾਬ, JL ਪ੍ਰੋਡਕਸ਼ਨ, ਮਹਿਤਾਬ ਚੌਹਾਨ ਤੇ ਚਲੋ ਮੇਰੇ ਨਾਲ ਆਪਾਂ ਗੱਲ ਕਰੀਏ, ਇਹ ਅਸੀਂ ਇੱਕ ਫੈਮਲੀਅਰ ਮਾਹੌਲ ਦੇਵਾਂਗੇ, ਤੁਸੀਂ ਆ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਆਪਣਾ। ਸੋ ਥੈਂਕਫੁਲ ਕਰਦੇ ਹਾਂ ਅਸੀਂ ਮੈਮ ਦਾ, ਪ੍ਰਿੰਸੀਪਲ ਸਾਹਿਬ ਤੇ ਦੂਜੇ ਭੈਣ ਜੀ ਹੋਰਾਂ ਦਾ, ਜਿਹੜੇ ਕਿ ਮਤਲਬ ਇਹਨਾਂ ਤਾਂ ਕੋਈ ਐਂਟਰੀ ਨਹੀਂ ਕੀਤੀ, ਇਹਨਾਂ ਦਾ ਨਾ ਕੋਈ GP ਨੰਬਰ ਹੈਗਾ ਨਾ ਇਹ ਤਾਂ ਬੈਸੀਅਨ ਤਾਂ ਪਤਾ ਲੱਗਾ ਕਿ ਅੰਮ੍ਰਿਤਸਰ 'ਚ ਕੁਛ ਹੋਣ ਜਾ ਰਿਹਾ, ਇਹ ਤਾਂ ਆਏ ਹੈ। ਮਤਲਬ ਦੇਖੋ ਜਿਹੜੇ ਸੁਪਨੇ ਸਦਾਗਰਾਂ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਹੁਣ ਸਾਡੇ ਕਿਤੇ ਨਾ ਕਿਤੇ ਸੁਪਨੇ ਗੁਆਚੇ ਹੋਏ ਸੀਗੇ, ਇਹ ਹੁਣ ਆਪਦੇ ਸੁਪਨੇ ਉਹਨਾਂ ਬੱਚਿਆਂ 'ਚੋਂ ਦੇਖਣ ਆਏ ਨੇ, ਤਾਂ ਕਿ ਜਿਹੜੇ ਹੁਣ ਇਹ ਬੱਚੇ ਨੇ, ਜਿਹੜੇ ਮਹਿਤਾਬ ਚੌਹਾਨ ਹੋਰੀ ਇੱਕ ਮੌਕਾ ਦੇ ਰਹੇ ਨੇ ਬੱਚਿਆਂ ਨੂੰ, ਇਹਨਾਂ ਦੇ ਜਨਰੇਸ਼ਨ ਨੂੰ ਕੱਲ੍ਹ ਨੂੰ ਕਿਤੇ ਇਹ ਨਾ ਹੋਵੇ ਕਿ ਸਾਡੇ ਸੁਪਨੇ ਸੀਗੇ ਗਵਾਚ ਗਏ। ਪਰ ਹੁਣ ਹਰੇਕ ਤਰ੍ਹਾਂ ਦਾ ਜਿਹੜੇ ਬੱਚੇ ਹੈਗੇ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਕੋਈ ਵੀ ਬੱਚਾ ਇਹਦਾ ਹਿੱਸਾ ਬਣ ਵੀ, ਤਾਂ ਕਿ ਮਹਿਤਾਬ ਚੌਹਾਨ ਦਾ ਉਹ ਸੁਪਨਾ ਜਿਹੜਾ ਕਿ ਬਹੁਤ ਵੱਡੇ ਇੱਕ ਮਕਾਮ ਤੇ ਪਹੁੰਚੇਗਾ, ਬਹੁਤ ਵੱਡੀ ਇੱਕ ਮਤਲਬ ਨਵੀਂ ਪੈਦਾ ਕਰੇਗਾ। ਆਪਾਂ ਕਹਿ ਸਕਦੇ ਹਾਂ ਕਿ ਨਵੀਂ ਜਨਰੇਸ਼ਨ ਵਾਸਤੇ, ਨਵੇਂ ਆਉਣ ਵਾਲੇ ਪੰਜਾਬੀ ਸੰਗੀਤ ਵਾਸਤੇ ਇੱਕ ਨਵੀਂ ਮਿਸਾਲ ਪੈਦਾ ਕਰੇਗਾ। ਉਹ ਸੁਪਨੇ ਦਾ ਹਿੱਸਾ ਬਣਨ ਵਾਸਤੇ ਨਿਧੜਕ ਹੋ ਕੇ ਆਓ। ਗਾਉਂਦਾ ਪੰਜਾਬ ਦੇ ਐਡੀਸ਼ਨਲ ਚਾਲੂ ਨੇ, ਅੱਜ ਅੰਮ੍ਰਿਤਸਰ ਹੈ, ਅੱਗੇ ਹਰ ਜਗ੍ਹਾ ਤੁਹਾਨੂੰ ਪਤਾ ਹੀ, ਸਭ ਨੂੰ ਪਤਾ ਹੀ ਵਾਰ-ਵਾਰ। ਸੋ ਧੰਨਵਾਦ, ਸਤਿ ਸ਼੍ਰੀ ਅਕਾਲ।